ਦਾ ਵਚਨ ਸਾਡੀ ਜ਼ਿੰਦਗੀ ਵਿੱਚ ਬੇਨਤੀ ਸੋ ਗੁਣਾ ਫਲ ਲੈ ਕੇ ਆਵੇ। ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੇਨ ਆਮੇਨ ਆਮੇਨ। ਜਦੋਂ ਕਲੇਸ਼ੀ ਆਪਣੇ ਵਾਸਤੇ ਜੋਰ ਨਹੀਂ ਲਾ ਸਕਦੀ ਤਾਂ ਪਾਸਟਰ ਕਿਉਂ ਲਾਏ ਜੋਰ ਤੁਹਾਡੇ ਵਾਸਤੇ? ਬੋਲੋ। ਮੈਂ ਵੀ ਗਿਆ ਆਤਮਾ ਕਦੀ ਰਹਿਣ ਦੇ, ਬਸ ਛੱਡ ਦੇ ਇਹਨਾਂ ਨੂੰ, ਜਿਵੇਂ ਹੈਗੇ ਨੇ ਉਹ ਵੀ ਰਹਿਣ ਦੇ। ਹਾਲੇਲੂਇਆ। ਆਰਾਧਨਾ ਹੋਣ ਲੱਗ ਰਹੀ, ਅੱਧੇ ਬੈਠੇ ਨੇ, ਕੀ ਗੱਲ? क्या ਤੁਹਾਨੂੰ ਪਤਾ ਨਹੀਂ ਤੁਸੀਂ ਕਿੱਥੇ ਆਏ ਹੋ? ਇਹ ਪਰਮੇਸ਼ਵਰ ਦੀ ਹਜ਼ੂਰੀ ਹੈ, ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚ ਆਏ ਹੋ। ਜਿਹੜਾ ਪਰਮੇਸ਼ਵਰ ਦੀ ਹਜ਼ੂਰੀ ਚ ਆ ਕੇ ਬੈਠੇ और वो आराधना ना करे, फायदा की? वो भरे रहा करे, ना आया करो। पहले दो चार ही ठीक ने ਜਿਹੜੇ आराधना करन, ਜਿਹੜੇ परमेश्वर ਦੇ हजूरी ਦੇ ਵਿੱਚ ਆਪਣਾ ਮਨ ਤਾਂ ਲਾਣਗੇ, परमेश्वर ਨੂੰ ਖੁਸ਼ ਤਾਂ ਕਰਨਗੇ। ਉਹ ਉਹਨਾਂ ਨੂੰ ਬੁਲਾ ਕੇ ਖੁਸ਼ ਹੈ, ਉਹਨਾਂ ਨੂੰ ਦੇਖ ਕੇ ਖੁਸ਼ ਹੈ ਜੋ ਉਹਦੀ ਆਰਾਧਨਾ ਕਰਦੇ ਨੇ ਔਰ ਉਹਦੇ ਵਿੱਚ ਮਨ ਲਾਉਂਦੇ ਨੇ, ਔਰ ਜੋ ਉਹਨੂੰ ਦੇਖਦੇ ਨੇ ਵੀ ਹਾਂ परमेश्वर ਵੀ ਤੁਹਾਡੇ ਵਿੱਚ ਵਿਸ਼ਵਾਸ ਵੇਖਣਾ ਚਾਹੁੰਦਾ ਹੈ। क्या तुसी विश्वासयोग हो? हालेलुया। जिन्होंने बीमारी बुखार जब बीमार ने वो लोग खड़े हो जाओ। जेडे नवे आए नो बह जाओ, जेडे नवे आए नो बह जाओ, पुराने जेडे खड़े ने खड़े, जेडे पुराने। ये सारे मसीह हैं। हालेलुया। 5 साल तो 4 साल। हालेलुया। बैठ जाओ। हालेलुया। थैंक यू जीसस। हालेलुया। तुसी देखो कि सत्संग ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਡਿਲੀਵਰ ਕਰਨ ਵਾਸਤੇ, ਜਦੋਂ ਪੁਰਾਣੇ ਹੀ ਬਿਮਾਰ ਨੇ ਤਾਂ ਉਹ ਨਵੇਂ ਨੂੰ ਕਿੱਥੇ ਡਿਲੀਵਰ ਕਰ ਦੇਣਾ। ਹਾਲੇਲੂਇਆ। ਸਮਝ ਸਕਦੇ ਹੋ ਕਿਉਂ ਬਿਮਾਰੀ ਆ ਰਹੀ ਹੈ ਸਾਡੇ ਉੱਤੇ, ਕਿਉਂ ਦੁੱਖ ਆ ਰਿਹਾ ਸਾਡੇ ਉੱਤੇ, ਕਿਉਂ ਅਸੀਂ ਬਿਮਾਰ ਹਾਂ, ਕਿਉਂ ਅਸੀਂ ਰੋਗ ਦੇ ਵਿੱਚ। ਅਸੀਂ 4 ਸਾਲ ਹੋ ਗਏ ਸਾਨੂੰ ਬਿਮਾਰੀ ਦੇ ਵਿੱਚ, ਮਸੀਹ ਦੇ ਵਿੱਚ ਆਇਆ ਨੂੰ 5 ਸਾਲ, ਕਿਸੇ ਨੂੰ 4 ਸਾਲ, ਕਿਸੇ ਨੂੰ 10 ਸਾਲ ਵੀ ਹੋ ਗਏ ਮੇਰੇ ਪਰਮੇਸ਼ਵਰ ਦੇ ਵਿੱਚ ਆਇਆ। ਤੁਸੀਂ ਜਾਣ ਸਕਦੇ ਹੋ ਵੀ ਕਿੰਨੀ ਕੁ ਤੁਹਾਡੀ बीमारी क्यों आ रही है? हालेलुया। बीमारी क्यों आ रही है? किथों आती है बीमारी? किथों शुरू होती है? डॉक्टर बोलता है खून टेस्ट करवा, जे बीपी बढ़िया होवे, जे टाइफाइड होवे, जब गुर्दे खराब होन, जब इन्फेक्शन हो गए, सब तो पहले की कहा जाता खून टेस्ट करवा। ਆਪਾਂ ਸਾਰੀ ਚੀਜ਼ ਵਾਸਤੇ, ਸਾਰੀਆਂ ਬਿਮਾਰੀਆਂ ਵਾਸਤੇ ਸਾਨੂੰ ਖੂਨ ਦੇ ਵਿੱਚ ਹੀ ਟੈਸਟ ਕਰਵਾਉਣੇ ਪੈਂਦੇ ਨੇ। ਹਾਲੇਲੂਇਆ। ਕਰਾਉਣੇ ਪੈਂਦੇ ਨੇ ਨਾ, ਸਾਨੂੰ ਸਾਰਾ ਚੀਜ਼ ਖੂਨ ਦੇ ਵਿੱਚ ਹੀ ਪਤਾ ਲੱਗ ਜਾਂਦਾ ਹੈ। ਤੁਸੀਂ ਜਾਣਦੇ ਹੋ ਬਿਮਾਰੀ ਕਿੱਥੋਂ ਆ ਰਹੀ ਹੈ? ਹਾਲੇਲੂਇਆ। ਹਰ ਇੱਕ ਚੀਜ਼ ਆਪਾਂ ਨੂੰ ਖੂਨ ਤੋਂ ਪਤਾ ਲੱਗਦੀ ਹੈ, लगती है। बीमारी भी, टेस्ट भी, हर एक चीज। बीमारी कितों आ रही है? शरीर के विच बुखार चढ़दा, वो भी खून दे विच पैदा होता है। खून दे विच शरीर गर्म हो जाता, तापमान बढ़ जाता, बुखार चढ़न लग जाता। हालेलुया। जिन्ने बड़े डॉक्टर को जाओगे वो तुहानू यही बोलेगा जाओ खून टेस्ट करवाओ, फिर थोड़ी बीमारी आएगी। आ साडे खून दे विच ही बीमारी है। हालेलुया। साडे खून दे विच ही बीमारी है। कित्थों आती है? जदों कोई भी असी गंदा पानी पीने आ, जां कोई भी गंदियां चीज़ां खाने आ, जां असीं जी जगह में छू लैंदे आ, वो जो साढ़े अंदर चला जाता है, जो इन्फेक्शन करता किहदे विच जांदा? पहला खून विच।
खून के द्वारा ही साडे शरीर दे विचों बीमारी पैदा हो जाती है, क्योंकि खून सारी नसां दे विच जांदा है। वो किहड़ी जगह नहीं जिथे खून ना जाए, और उत्थों ही बीमारी शुरू हो जाती है। किसी को बुखार चढ़ना, किसी को इन्फेक्शन, किसी को रोग, किसी को कुछ ना कुछ बीमारी पैदा होती है। असीं सोचते हैं बीमारी कित्थों आई। हालेलुया। साडा खून की हो जाता, गंदा हो जाता, ਉਹਦੇ ਵਿੱਚ ਕੀਟਾਣੂ ਵੜ ਜਾਂਦੇ ਨੇ ਜਿਹੜੇ ਸਾਡੇ ਕੀਟਾਣੂਆਂ ਨੂੰ ਮਾਰਦੇ ਨੇ। ਉਹ ਲੜਨ ਦੀ ਸ਼ਕਤੀ ਘਟ ਜਾਂਦੀ ਹੈ, ਔਰ ਉਹ ਕੀਟਾਣੂਆਂ ਦੀ ਸ਼ਕਤੀ ਵੱਧ ਜਾਂਦੀ ਹੈ। ਫਿਰ ਸਾਡੇ ਸਰੀਰ ਦੇ ਵਿੱਚ ਕਮਜ਼ੋਰੀ ਆਉਂਦੀ ਹੈ, ਰੋਗ ਪੈਦਾ ਹੁੰਦਾ, ਬਿਮਾਰੀ ਪੈਦਾ ਹੁੰਦੀ ਹੈ। ਫਿਰ ਅਸੀਂ ਡਾਕਟਰ ਕੋਲ ਜਾਂਦੇ, ਡਾਕਟਰ ਕਹਿੰਦਾ ਖੂਨ ਟੈਸਟ ਕਰਵਾਓ, ਫਿਰ ਉਹ ਸਾਨੂੰ ਪਤਾ ਲੱਗਦਾ। ਫਿਰ ਡਾਕਟਰ ਵੀ ਟੀਕਾ ਕਿੱਥੇ ਲਾਉਂਦੇ ਨੇ? ਨਾੜ ਦੇ ਵਿੱਚ, ਖੂਨ ਦੇ ਵਿੱਚ। ਫਿਰ ਉਹੀ ਖੂਨ ਦੇ ਵਿੱਚ ਬੋਤਲਾਂ ਲੱਗਦੀਆਂ ਨੇ, ਉਹੀ ਖੂਨ ਦੇ ਵਿੱਚ ਟੀਕਾ ਲੱਗਦਾ ਗਾ, ਇੰਜੈਕਸ਼ਨ ਲੱਗਦਾ ਗਾ। ਤੇ ਫਿਰ ਅਸੀਂ ਉਸੇ ਖੂਨ ਦੇ ਦੁਆਰਾ ਹੀ ਚੰਗੇ ਹੋ ਜਾਂਦੇ ਹਾਂ। ਜਦੋਂ ਇੰਜੈਕਸ਼ਨ ਸਾਡੇ ਖੂਨ ਦੇ ਵਿੱਚ ਜਾਂਦਾ ਤਾਂ ਉਹ ਕੀਟਾਣੂ ਨੂੰ ਮਾਰਦਾ ਗਾ। ਹਾਲੇਲੂਇਆ। ਖੂਨ ਦੇ ਵਿੱਚ ਹੀ ਖਰਾਬੀ ਹੈ। ਹਾਲੇਲੂਇਆ। ਜਿਹੜਾ ਬੰਦਾ 4 ਸਾਲ 5 ਸਾਲ ਹੋ ਗਏ ਮਸੀਹ ਦੇ ਵਿੱਚ ਆਇਆ, ਉਹ ਕਿਉਂ ਨਹੀਂ ਬਦਲੇ? ਕਿਉਂ ਨਹੀਂ ਉਹਨਾਂ ਦੀ ਬਿਮਾਰੀ ਜਾ ਰਹੀ? ਕਿਉਂ ਬਾਰ-ਬਾਰ ਉਹਨਾਂ ਦੀ ਦਿੱਕਤ ਆ ਰਹੀ ਹੈ? ਕਿਉਂ ਨਹੀਂ ਠੀਕ ਹੋ ਰਹੇ? क्योंकि खून हरे ठीक नहीं है, खून साफ नहीं होया है, दिक्कत है खून दे विच। हालेलुया। टेस्ट करवा के देख लो, हजे भी खून दे विच बीमारी आएगी। हालेलुया। आएगी ना? क्यों? क्योंकि खून साफ नहीं है। सानू किहड़ा खून चाहिए होना? जिहड़ा साफ होवे, जिहड़ा साडे जीवन नूं बदल सकदा होवे, जिहड़े साडे शरीर नूं फिट रखदा होवे। हालेलुया। थैंक यू जीसस। सानू शरीर नूं ਇਹੋ ਜਿਹੀਆਂ जगह तो बचा के रखना पएगा जिस जगह के उत्ते साडा खून दे विच इन्फेक्शन आंदी है। ਇਹੋ ਜਿਹੀਆਂ जगह तो खाना बंद करना पएगा जिथों साडे शरीर दे विच खराबी आती है। ਇਹੋ ਜਿਹੀ जगह जे असी हर थां तो जावांगे और खावांगे, वो साडे खून दे विच आएगा, सानू बीमार करेगा। पर तुहानू देखना पैणागा भी वो बीमारी किस रूप दे विच साडे अंदर एंटर हो रही है। हालेलुया। हालेलुया। समझ आ रही है ना? आज तो देख के खाओगे ना, है ना? सही देखना गस जेड़ा साडे शरीर नूं ठीक रखे, ही पदार्थ का इस्तेमाल करना है। हालेलुया। हालेलुया। यीशु मसीह ने भी साडे वास्ते लहू बहाया, उस लहू दे द्वारा ही असीं जीवित हां। लहू दे विच प्राण है, लहू दे विच ही जीवन है, लहू दे विच ही सब कुछ है। जे इंसान दे अंदरों लहू कढ़िया जाए तो वो मुर्दा हो जाएगा, क्योंकि लहू दे विच ही प्राण ने, लहू दे द्वारा ही जीवन हां। तुसी लहू सारा कढ़ा दो, जे तुसी जिंदा भी रह दो तां कहना असी लहू दे द्वारा ही जीवित हां, जो यीशु मसीह ने सानू क्रूस ते अपने पिता नू मुल दे के सानू खरीदया होया, उस लहू दे बदले। ठीक है, असी बचाए किदे जाते हैं? लहू दे द्वारा। यीशु ने जो लहू बहाया, उस लहू दे द्वारा ही असी बचाए जाते हैं। जो कीमत याद करते ने, अदा करते ने, जो परमेश्वर नू जानते ने, ओही ही बचाए जाते हैं। इस करके सानू डेली परमेश्वर की प्रार्थना दे विच बैठना पैना, डेली उस दे नाल नेड़ता बनानी पैनी है, उहदे क्लोज जाना पैना। तदे ही असी परमेश्वर की हजूरी की समझ लग सकती है, तदे ही असी उहदे नाल मुलाकात कर सकते हैं, तदे ही इब्राहिम वांगू अच्छे दोस्त बन सकते हैं, मित्र बन सकते हैं। क्योंकि परमेश्वर के नाल बैठना साडा आम बैठना होना नहीं चाहिए। ਉਹਦੇ ਲਈ ਰਾਤਾਂ ਵੀ ਜਾਗਣੀਆਂ ਪੈਣੀਆਂ ਨੇ, ਉਹਦੇ ਲਈ ਵਰਤ ਵੀ ਰੱਖਣੇ ਪੈਣੇ ਆ, ਉਹਦੇ ਲਈ ਹਰ ਰਾਤਨਾ ਵੀ ਕਰਨੀ ਪੈਣੀ ਹੈ।
ਉਹਦੇ ਲਈ ਆਰਾਧਨਾ ਤੁਸੀਂ ਸੁਣ ਸਕਦੇ ਹੋ, ਆਰਾਧਨਾ ਕਰ ਸਕਦੇ ਹੋ ਜੋ ਆਪਣੇ ਅੰਦਰ ਮਨੋ। ਠੀਕ ਹੈ ਨਾ, ਆਰਾਧਨਾ ਪਰਮੇਸ਼ਰ ਨੂੰ ਖੁਸ਼ ਕਰਦੀ ਹੈ। ਆਰਾਧਨਾ ਦੇ ਨਾਲ ਤੁਹਾਡੀ ਕਈਆਂ ਦੀ ਸ਼ਰਮਿੰਦਗੀ ਦੂਰ ਹੁੰਦੀ ਹੈ, ਬਿਮਾਰੀਆਂ ਦੂਰ ਹੁੰਦੀਆਂ ਨੇ ਆਰਾਧਨਾ ਦੇ ਨਾਲ, ਭਜਨਾਂ ਦੇ ਨਾਲ। ਪਰ ਤੁਹਾਨੂੰ ਇੰਨਾ ਟਾਈਮ ਨਹੀਂ ਲੱਗਦਾ ਕਿ ਅਸੀਂ ਪਰਮੇਸ਼ਰ ਦੇ ਵਿੱਚ ਬੈਠ ਸਕੀਏ, ਕਿਉਂਕਿ ਤੁਸੀਂ ਕੰਮ ਦੇ ਵਿੱਚ ਬਹੁਤ ਬਿਜ਼ੀ ਹੋ। ਤੁਸੀਂ ਸਾਰੇ ਜਣੇ ਸ਼ਿਕਾਇਤਾਂ ਕਰਦੇ ਹੋ ਪਰਮੇਸ਼ਰ ਅੱਗੇ, ਪ੍ਰਭੂ ਮੇਰੇ ਇਹ ਨਹੀਂ ਹੋਇਆ, ਪ੍ਰਭੂ ਮੇਰੇ ਨਾਲ ਕਿਉਂ ਹੋ ਰਿਹਾ, ਪ੍ਰਭੂ ਮੇਰਾ ਬਿਜ਼ਨਸ ਨਹੀਂ ਚੱਲ ਰਿਹਾ, ਮੇਰੇ ਬੱਚੇ ਮੇਰੇ ਕਹਿਣੇ ਦੇ ਵਿੱਚ ਨਹੀਂ, ਮੇਰੇ ਇਦਾਂ ਇਦਾਂ ਨੇ। ਪਹਿਲਾਂ ਤੁਸੀਂ ਦੇਖੋ ਵੀ ਤੁਸੀਂ ਪਰਮੇਸ਼ਰ ਦੇ ਕਹਿਣੇ ਵਿੱਚ ਹੈਗੇ ਹੋ। ਤੁਸੀਂ ਬੱਚਿਆਂ ਨੂੰ ਤਾਂ ਕਹਿ ਦਿੰਦੇ ਹੋ ਬੱਚੇ ਮੇਰੇ ਕਹਿਣੇ ਵਿੱਚ ਨਹੀਂ। ਕਿਆ ਤੁਸੀਂ ਪਰਮੇਸ਼ਰ ਦੇ ਕਹਿਣੇ ਵਿੱਚ ਹੋ? ਕਿਆ ਪਰਮੇਸ਼ਰ ਦੀਆਂ ਵਿਧੀਆਂ ਤੁਹਾਡੇ ਉੱਤੇ ਹਨ? ਨਹੀਂ। ਜਦੋਂ ਤੁਸੀਂ ਪਰਮੇਸ਼ਰ ਦੇ ਕਹਿਣੇ ਵਿੱਚ ਨਹੀਂ ਤਾਂ ਤੁਹਾਡੇ ਬੱਚੇ ਤੁਹਾਡੇ ਕਹਿਣੇ ਵਿੱਚ ਨਹੀਂ ਹੋਣਗੇ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਵਿਧੀ ਨੂੰ ਦਰਸਾਉਂਦਾ ਹੈ। ਜੇ ਵਿਧੀਆਂ ਦੇ ਵਿੱਚ ਰਹੋਗੇ ਤਦੇ ਹੀ ਪਰਮੇਸ਼ਰ ਤੁਹਾਨੂੰ ਹਰ ਇੱਕ ਬਿਮਾਰੀ ਤੋਂ, ਰੋਗ ਤੋਂ ਆਜ਼ਾਦ ਕਰੇਗਾ। ਜਿੰਨੇ ਵੀ ਪਰਮੇਸ਼ਰ ਦੇ ਦਾਸ ਹੋਏ ਉਹ ਸਭ ਵਿਧੀਆਂ ਦੇ ਵਿੱਚ ਰਹੇ, ਉਹਦੀ ਆਗਿਆਕਾਰੀ ਦੇ ਵਿੱਚ ਰਹੇ। ਹਾਲੇਲੂਇਆ। ਉਹ ਆਗਿਆਕਾਰੀ ਦੇ ਵਿੱਚ ਰਹੇ, ਉਹਨਾਂ ਨੇ ਪਰਮੇਸ਼ਰ ਦੇ ਵਿੱਚ ਰਹਿ ਕੇ ਸਾਰਾ ਜੀਵਨ ਅੱਛਾ ਕੀਤਾ। ਜੇ ਹੋ ਉਹਨਾਂ ਨੇ ਕਿਹਾ ਉਹੀ ਹੋਇਆ ਉਹਨਾਂ ਦੇ ਜੀਵਨ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਜਦੋਂ ਅਸੀਂ ਸੁਧਰਦੇ ਨਹੀਂ ਤਾਂ ਸਾਡੇ ਉੱਤੇ ਬਿਮਾਰੀ ਆ ਰਹੀ ਹੈ। ਕਿਉਂਕਿ ਜਦੋਂ ਅਸੀਂ ਨੋਰਮਲ ਸਮਝਣ ਲੱਗ ਜਾਂਦੇ ਹਾਂ ਨਾ ਪਰਮੇਸ਼ਰ ਨੂੰ ਵੀ ਜਾਂ ਸਾਡਾ ਕੁਛ ਨਹੀਂ ਹੈ, ਬਹੁਤ ਪ੍ਰਾਰਥਨਾ ਬਾਅਦ ਵਿੱਚ ਕਰ ਲਾਂਗੇ, ਫੇਰ ਕਰ ਲਾਂਗੇ, ਆਹ ਚੀਜ਼ ਜ਼ਰੂਰੀ ਹੈ। ਹਾਲੇਲੂਇਆ। ਤੁਸੀਂ ਦੇਖਦੇ ਹੋ ਅੱਜ ਬਾਰਿਸ਼ ਦੇ ਕਾਰਨ ਵੀ ਲੋਕ ਘੱਟ ਆ ਰਹੇ ਨੇ। ਕਿ ਉਹਨਾਂ ਨੂੰ ਪਤਾ ਨਹੀਂ ਵੀ ਅਸੀਂ ਭੇਜੀਏ ਚਾਹੇ ਰਹੀਏ, ਭੇਜਣ ਨਾਲ ਕੀ ਹੋ ਜੂਗਾ? ਕੁਛ ਵੀ ਨਹੀਂ। ਹੁਣ ਤੁਸੀਂ ਵੀ ਤਾਂ ਆਏ, ਕਈ ਜਾਣ ਬੁੱਝ ਕੇ ਨਹੀਂ ਆਉਂਦੇ ਹੈਗੇ, ਕਈਆਂ ਨੂੰ ਕੰਮ ਦਾ ਲਾਲਚ। ਫਿਰ ਮੈਨੂੰ ਪੁੱਛਦੇ ਨੇ ਪਾਸਟਰ ਜੀ ਸਾਡੇ ਘਰ ਦੇ ਵਿੱਚ ਬਰਕਤ ਕਿਉਂ ਨਹੀਂ ਹੁੰਦੀ, ਜਾਂ ਮੈਂ ਠੀਕ ਕਿਉਂ ਨਹੀਂ ਹੁੰਦਾ, ਜਾਂ ਮੇਰੀ ਜ਼ਿੰਦਗੀ ਕਿਉਂ ਨਹੀਂ ਬਦਲਦੀ? ਕਿਉਂਕਿ ਅਸੀਂ ਵਿਧੀ ਨੂੰ ਪੂਰਾ ਨਹੀਂ ਕਰ ਰਹੇ ਹੈਗੇ। ਜਦੋਂ ਤੁਸੀਂ ਵਿਧੀ ਨੂੰ ਪੂਰਾ ਨਹੀਂ ਕਰ ਰਹੇ ਹੈਗੇ ਫਿਰ ਤੁਹਾਡੇ ਜੀਵਨ ਦੇ ਵਿੱਚ ਕਮੀਆਂ ਆਣਗੀਆਂ ਹੀ ਆਣਗੀਆਂ। ਫਿਰ ਤੁਹਾਡੇ ਜੀਵਨ ਦੇ ਵਿੱਚ ਉਹ ਸੋਗਪਣਾ, ਰੋਗ ਆਏਗਾ ਹੀ ਆਏਗਾ। ਹਾਲੇਲੂਇਆ। ਆਪਾਂ ਬਚਨ ਬਾਅਦ ਚੱਲਦੇ ਹਾਂ। ਹਾਲੇਲੂਇਆ। ਥੈਂਕ ਯੂ ਜੀਸਸ। बोलो आज दे लिए प्रार्थना करो बचन दे लिए। पिता परमेश्वर आज दा वचन जो भी सुनिए परमेश्वर उस साडे लिए 100 ਦਾ 100 ਗੁਣਾ ਫਲ ਲੈ ਕੇ ਆਵੇ। पिता परमेश्वर ਦੇ वचन ਨੂੰ ਅਸੀਂ ਧਿਆਨ ਦੇ ਨਾਲ ਆਪਣੇ ਦਿਲ ਦੇ ਵਿੱਚ ਵਸਾ ਸਕੀਏ। ਮੇਰੇ पिता परमेश्वर तेरा वचन ਸਾਡੀ ਰੂਹ ਦੀ ਖੁਰਾਕ ਹੈ। ਮੇਰੇ पिता परमेश्वर ਇਹ ਦਿਲ ਦੇ ਅੰਦਰ ਫਿੱਟ ਬੈਠੇ परमेश्वर ਸਾਨੂੰ ਆਤਮਿਕ ਕੰਨ ਦੇ ਜੋ ਤੇਰਾ वचन ਅਸੀਂ ਦਿਲ ਦੇ ਵਿੱਚ ਵਸਾ ਸਕੀਏ ਤੇ ਸਾਡੇ ਦਿਲ ਦੇ ਵਿੱਚ ਵਸ ਸਕੇ। ਕੋਈ ਵੀ ਸ਼ੈਤਾਨੀ ਤਾਕਤ ਇਸ ਵਚਨ ਨੂੰ ਚੁਰਾ ਨਾ ਸਕੇ। ਚੁਰਾਉਣ ਵਾਲੀ ਹਰ ਇੱਕ ਸ਼ਕਤੀ ਨੂੰ ਅਸੀਂ ਡਾਂਟਦੇ ਹਾਂ, ਯੀਸ਼ੂ ਦੇ ਨਾਮ ਵਿੱਚ ਮੰਗਦੇ ਹਾਂ। ਆਮੇਨ, ਆਮੇਨ, ਹਾਲੇਲੂਇਆ। ਹਾਂਜੀ, ਅੱਜ ਆਪਾਂ ਪੜਾਂਗੇ 11 ਕਹਾਵਤਾਂ ਦੀ 11 ਐਤ ਦੀ 23 ਤੋਂ 11 ਦੀ 23 ਕਹਾਵਤਾਂ ਪੁਰਾਣੇ ਨਿਯਮ ਦੇ ਵਿੱਚ। हालेलुया। धर्मी दा मनोरथ नेक है पर दुष्ट दी उड़ीक कहर है। कोई तो वंडदा है फिर भी ओदा माल वधदा है अते कोई जोग खर्च तो सरफा करदा है ते कंगाल ही रहता है। हालेलुया। आप दोबारा पढ़ांगे। हाँ जी। धर्मी दा मनोरथ नेक ही है पर दुष्ट दी उड़ीक कहर है। सेट करो बात।
ਇੱਥੇ ਲਿਖਿਆ ਧਰਮੀ ਦੀ ਲਾਲਸਾ ਹਮੇਸ਼ਾ ਭਲਾਈ ਦੀ ਹੁੰਦੀ ਹੈ, ਪਰ ਦੁਸ਼ਟ ਦੀ ਆਸ ਦਾ ਫਲ ਕਹਿਰ ਹੁੰਦਾ। ਠੀਕ ਹੈ ਨਾ, ਜਿਹੜਾ ਧਰਮੀ ਦਾ ਮਨੋਰਥ ਹੈ ਉਹ ਨੇਕ ਹੀ ਹੈ, ਪਰ ਦੁਸ਼ਟ ਦੀ ਉਡੀਕ ਕਹਿਰ ਹੈ। ਹਾਲੇਲੂਇਆ। ਜਿਹੜਾ ਧਰਮੀ ਹੁੰਦਾ ਉਹ ਆਪਣੀ ਲਾਲਸਾ ਹਮੇਸ਼ਾ ਭਲਾਈ ਦੇ ਕੰਮਾਂ ਦੇ ਵਿੱਚ ਲਾਉਂਦਾ। ਜਿਹੜਾ ਧਰਮੀ ਬੰਦਾ ਹੁੰਦਾ ਉਹ ਹਮੇਸ਼ਾ ਇਹਦੇ ਵਿੱਚ ਲਾਏਗਾ, ਭਲਾਈ ਦੇ ਕੰਮਾਂ ਦੇ ਵਿੱਚ। ਜਿਹੜਾ ਦੁਸ਼ਟ ਹੋਏਗਾ ਉਹ ਆਸ ਰੱਖੇਗਾ ਫਲ, ਫਿਰ ਉਹ ਬੀਜੇ ਨਾ ਜਾਂ ਕੁਝ ਕਰੇ ਨਾ, ਉਹ ਫਿਰ ਕਿਸ ਤਰ੍ਹਾਂ ਦਾ ਫਲ ਕਰੇਗਾ। ਜਿਹੜਾ ਦੁਸ਼ਟ ਹੋਏਗਾ ਉਹ ਬਸ ਸਿਰਫ ਬਿਨਾਂ ਬੀਜ ਤੋਂ ਆਸ ਕਰਦਾ ਵੀ ਮੇਰੇ ਕੋਲ ਕੁਝ ਆ ਜਾਏ, ਮੇਰੇ ਕੋਲ ਕੁਝ ਆ ਜਾਏ, ਔਰ ਬੀਜੇ ਨਾ ਕਿ ਉਹ ਵੱਢ ਲੇਗਾ। ਅਗਰ ਕਿਸਾਨ ਹੁਣ ਜੀ ਬੰਦ ਕਰ ਦੇ, ਹਾਂਜੀ, ਜਿਹੜੇ ਕਿਸਾਨ ਨੇ ਉਹ ਅਗਰ ਜੀਰੀ ਨਾ ਲਾਉਂਦੇ, ਜੇ ਉਹ ਜੀਰੀ ਨਾ ਲਾਉਂਦੇ ਤਾਂ ਨਾ ਬੀਜਦੇ, ਕਿਉਂ ਵੱਢਦੇ ਹੁਣ, ਕਿਉਂ ਪੱਕ ਜਾਂਦੀ ਨਹੀਂ ਨਾ। ਇਸ ਕਰਕੇ ਦੇਖੋ ਵੀ ਜਦੋਂ ਜਿਹਨੇ ਬੀਜਿਆ ਹੀ ਨਹੀਂ ਕੁਛ ਔਰ ਆਸ ਰੱਖੇ ਫਲ ਦੀ, ਕਿਉਂ ਉਹਨੂੰ ਫਲ ਮਿਲ ਜੂ। ਜਿਹਨੇ ਬੀਜਿਆ ਹੀ ਨਹੀਂ ਕੁਛ ਔਰ ਉਹ ਫਲ ਰੱਖੇ ਆਸ ਦੀ, ਉਹਨੂੰ ਮਿਲ ਜੂ ਕਦੇ ਵੀ। ਕਹਿੰਦਾ ਦੁਸ਼ਟ ਦੀ ਉਡੀਕ ਹੀ ਕਹਿਰ ਹੈ, ਵੀ ਉਹ ਆਪਣੀ ਉਡੀਕ ਹੀ ਕਰਦਾ ਰਹੇਗਾ, ਐਦਾਂ ਹੋ ਜੂ ਐਦਾਂ ਹੋ ਜੂ, ਪਰ ਹੁੰਦਾ ਕੁਛ ਨਹੀਂ। ਜੇ ਉਹ ਕੁਛ ਬੀਜ ਨਹੀਂ ਰਿਹਾ ਪਰਮੇਸ਼ਵਰ ਦੇ ਭਵਨ ਦੇ ਵਿੱਚ, ਪਰਮੇਸ਼ਵਰ ਦੇ ਕੰਮਾਂ ਦੇ ਵਿੱਚ, ਔਰ ਭਲਾਈ ਦੇ ਕੰਮ ਨਹੀਂ ਕਰ ਰਿਹਾ, ਉਹ ਫਿਰ ਕੁਛ ਵੀ ਨਹੀਂ ਹੈ। ਉਹਦੀ ਆਸ ਦਾ ਐਦਾਂ ਹੀ ਰਹੇਗੀ, ਪੂਰੀ ਨਹੀਂ, ਕਿਉਂਕਿ ਦੁਸ਼ਟ ਹੀ ਆਪਣੇ ਕਹਿਰ ਦੇ ਵਿੱਚ ਹੀ ਰਹਿੰਦਾ, ਆਪਣੇ ਹੀ ਆਸ ਦੇ ਵਿੱਚ ਹੀ ਰਹਿੰਦਾ, ਆਪਣੇ ਹੀ ਉਡੀਕ ਦੇ ਵਿੱਚ ਹੀ ਰਹੇਗਾ, ਫਿਰ ਉਹਨੂੰ ਕੁਝ ਨਹੀਂ ਮਿਲੇਗਾ। ਪਰ ਧਰਮੀ ਜਨ ਭਲਾਈ ਕਰਦਾ ਰਹੇਗਾ, ਉਹ ਹਮੇਸ਼ਾ ਪਰਮੇਸ਼ਵਰ ਨੂੰ ਖੁਸ਼ ਕਰਦਾ ਰਹੇਗਾ। ਹਾਲੇਲੂਇਆ। ਅਗਰ ਤੁਸੀਂ ਬੀਜ ਰਹੇ ਹੋ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ, ਬੀਜ ਰਹੇ ਹੋ, ਪਰਮੇਸ਼ਵਰ ਨੂੰ ਦੇ ਰਹੇ ਹੋ, ਬੀਜ ਬੋ ਰਹੇ ਹੋ ਪਰਮੇਸ਼ਵਰ ਦੇ ਵਿੱਚ, ਫਿਰ ਉਹ ਪਰਮੇਸ਼ਵਰ ਖੁਸ਼ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੁਸੀਂ ਦੇਖੋ ਵੀ ਪਰਮੇਸ਼ਵਰ ਬੀਜ ਦੀ ਗੱਲ ਕਰਦਾ ਵੀ ਜਿਹੜਾ ਧਰਮੀ ਜਨ ਉਹ ਲਾਲਸਾ ਕਰਦਾ ਵੀ ਮੈਂ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਕਿੱਦਾਂ ਬੀਜਾਂ, ਮੈਂ ਪਰਮੇਸ਼ਵਰ ਨੂੰ ਕਿੱਦਾਂ ਖੁਸ਼ ਕਰਾਂ, ਮੈਂ ਪਰਮੇਸ਼ਵਰ ਦੇ ਵਿੱਚ ਸੇਵਾ ਕਰਕੇ ਖੁਸ਼ ਕਰ ਸਕਦਾ, ਮੈਂ ਪਰਮੇਸ਼ਵਰ ਦੇ ਵਿੱਚ ਦਰੀਆਂ ਵਿਛਾ ਕੇ ਖੁਸ਼ ਕਰ ਸਕਦਾ, ਮੈਂ ਪਰਮੇਸ਼ਵਰ ਦੇ ਵਿੱਚ ਆਪਣਾ ਧਨ, ਜਿਵੇਂ ਤੋਂ ਪ੍ਰਾਰਥਨਾ ਨਹੀਂ ਹੋ ਰਹੀ, ਜਿਵੇਂ ਤੋਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨਹੀਂ ਜਾ ਰਿਹਾ ਹੈ ਗਿਆ, ਤਾਂ ਮੈਂ ਬੀਜਾਂ ਪਰਮੇਸ਼ਵਰ ਦੇ ਵਿੱਚ। ਕਈ ਆਪਣੇ ਪੈਸੇ ਨੂੰ ਪਰਮੇਸ਼ਵਰ ਦੇ ਵਿੱਚ ਬੀਜ ਕੇ ਖੁਸ਼ ਕਰਦੇ ਨੇ ਔਰ ਪਰਮੇਸ਼ਵਰ ਦੇ ਵਿੱਚ ਆਨੰਦਿਤ ਕਰਦੇ ਨੇ। ਤੁਸੀਂ ਦੇਖੋ ਵੀ ਕਿਸ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਇਨਸਾਨ ਬੀਜ ਸਕਦਾ ਔਰ ਪਰਮੇਸ਼ਵਰ ਨੂੰ ਖੁਸ਼ ਕਰ ਸਕਦਾ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਦੇ ਵਿੱਚ ਜਿਹੜਾ ਲਾਲਸਾ ਸਾਡੀ ਹੋਣੀ ਚਾਹੀਦੀ ਹੈ ਬੀਜਣ ਦੀ, ਉਹ ਸਾਡੇ ਪ੍ਰਾਰਥਨਾ ਵੀ ਅਸੀਂ ਪਰਮੇਸ਼ਵਰ ਦੇ ਵਿੱਚ ਬੀਜ ਸਕਦੇ ਹਾਂ। ਆਪਣੇ ਦਾਸ ਦੇ ਲਈ, ਆਪਣੀ ਕਲੇਸ਼ੀਆ ਦੇ ਲਈ 24 ਘੰਟੇ, 12 ਘੰਟੇ, 8 ਘੰਟੇ, 3 ਘੰਟੇ, 2 ਘੰਟੇ ਪਰਮੇਸ਼ਵਰ ਦੇ ਲਈ ਬੀਜ ਸਕਦੇ ਹਾਂ, ਪ੍ਰਾਰਥਨਾ ਕਰ ਸਕਦੇ ਹਾਂ। ਜੋ ਵਿਹਲੇ ਨੇ, ਜੋ ਸਾਰਾ ਦਿਨ ਪ੍ਰਾਰਥਨਾ ਕਰ ਸਕਦੇ ਨੇ, ਉਹ ਸਾਰਾ ਦਿਨ ਵੀ ਪ੍ਰਾਰਥਨਾ ਕਰ ਸਕਦੇ ਨੇ। ਜੋ ਪਰਮੇਸ਼ਵਰ ਦੇ ਲਈ 2 ਘੰਟੇ ਪ੍ਰਾਰਥਨਾ ਕਰ ਸਕਦੇ, 2 ਘੰਟੇ ਪ੍ਰਾਰਥਨਾ ਕਰ ਸਕਦੇ ਨੇ। ਪਰਮੇਸ਼ਵਰ ਦੀ ਲਾਲਸਾ, ਪਰਮੇਸ਼ਵਰ ਦਾ ਧਰਮੀ ਜਨ, ਪਰਮੇਸ਼ਵਰ ਦੇ ਵਿੱਚ ਭਲਾਈ, ਹਰ ਇੱਕ ਦੇ ਲਈ ਭਲਾਈ ਮੰਗਣਾ। ਜਦੋਂ ਅਸੀਂ ਦੂਸਰਿਆਂ ਦੇ ਲਈ ਭਲਾਈ ਮੰਗਦੇ ਹਾਂ, ਆਪਣੇ ਕਲੇਸ਼ੀਆ ਦੇ ਲਈ, ਆਪਣੇ ਚਰਚਾਂ ਦੇ ਲਈ, ਜਿੰਨੇ ਵੀ ਰੱਬ ਦੇ ਦਾਸ ਨੇ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਸਾਡੀ ਵੀ ਭਲਾਈ ਹੁੰਦੀ ਹੈ, ਸਾਡੇ ਨਾਲ ਵੀ ਪਰਮੇਸ਼ਵਰ ਖੁਸ਼ ਹੁੰਦਾ, ਕਿਉਂਕਿ ਅਸੀਂ ਦੂਸਰਿਆਂ ਦੇ ਲਈ ਮੰਗ ਰਹੇ ਹਾਂ। ਕਿਉਂਕਿ ਜਦੋਂ ਅਸੀਂ ਧਰਮੀ ਜਨ ਦੀ ਲਾਲਸਾ ਭਲਾਈ ਕਰਨਾ, ਭਲਾਈ ਸਾਡੀ ਹਰ ਇੱਕ ਦੇ ਵਿੱਚ ਹੋ ਸਕਦੀ ਹੈ, ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਵੀ ਹੋ ਸਕਦੀ ਹੈ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਸਭ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਕਰਦਾ। ਜਦੋਂ ਅਸੀਂ ਪਰਮੇਸ਼ਵਰ ਦੇ ਵਿੱਚ ਬੀਜਦੇ ਹਾਂ, ਉਹ ਸਾਨੂੰ ਦੁੱਗਣਾ ਦਿੰਦਾ। ਹਾਲੇਲੂਇਆ। ਜਿਨ੍ਹਾਂ ਨੇ ਬੀਜਿਆ ਉਹਨਾਂ ਨੇ ਪਾਇਆ, ਜਿਨ੍ਹਾਂ ਨੇ ਨਹੀਂ ਬੀਜਿਆ ਉਹ ਰਹਿ ਗਏ, ਉੱਥੇ ਦੇ ਉੱਥੇ ਖੜੇ ਨੇ। ਹਾਲੇਲੂਇਆ, ਹਾਲੇਲੂਇਆ। ਜਿਨ੍ਹਾਂ ਨੇ ਬੀਜਿਆ ਉਹਨਾਂ ਨੇ ਪਾਇਆ, ਜਿਨ੍ਹਾਂ ਨੇ ਨਹੀਂ ਬੀਜਿਆ ਉਹ ਉੱਥੇ ਖੜੇ ਨੇ। ਹਾਲੇਲੂਇਆ, ਹਾਲੇਲੂਇਆ। ਇੱਕ ਵਿਸ਼ਵਾਸੀ, ਨਵਾਂ ਵਿਸ਼ਵਾਸੀ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਕੋਲ ਆਂਦਾ ਔਰ ਪਰਮੇਸ਼ਵਰ ਦੇ ਵਿੱਚ ਕੁਝ ਬੀਜਦਾ।
ਜਦੋਂ ਪਰਮੇਸ਼ਵਰ ਦੇ ਵਿੱਚ ਕੁਝ ਬੀਜਦਾ ਤਾਂ ਉਹਦਾ ਬੀਜਿਆ ਹੋਇਆ ਉਹਨੂੰ ਆਪਣੀ ਨੌਕਰੀ ਦੇ ਵਿੱਚ, ਆਪਣੇ ਕੰਮ ਦੇ ਵਿੱਚ ਉਹਨੂੰ ਦਿਸਦਾ ਵੀ ਜੇ ਮੈਂ ਬੀਜਿਆ ਸੀ, ਚਾਹੇ ਮੈਂ 500 ਬੀਜਿਆ, ਚਾਹੇ ਮੈਂ 1000 ਬੀਜਿਆ, ਚਾਹੇ ਮੈਂ 10000 ਬੀਜਿਆ, ਤਾਂ ਮੇਰੀ ਜ਼ਿੰਦਗੀ ਦੇ ਵਿੱਚ ਉਸ ਬੀਜ ਨੇ ਕੰਮ ਕੀਤਾ। ਚਾਹੇ ਲੋਕ ਤੁਹਾਨੂੰ ਜੋ ਮਰਜੀ ਬਾਬੇ ਆਣ, ਚਾਹੇ ਪਖੰਡੀ ਆਣ, ਚਾਹੇ ਜੋ ਮਰਜੀ ਆ ਜਾਏ, ਚਾਹੇ ਸਵਰਗ ਤੋਂ ਉਤਰ ਕੇ ਦੂਤ ਆ ਜਾਣ, ਜੇ ਉਹ ਬਾਈਬਲ ਦੇ ਬਾਰੇ ਗਲਤ ਬੋਲ ਰਹੇ ਨੇ ਤਾਂ ਤੁਸੀਂ ਵਿਸ਼ਵਾਸ ਨਹੀਂ ਕਰਨਾ। ਬਾਈਬਲ ਦੱਸਦੀ ਹੈ, ਬਾਈਬਲ ਦੱਸਦੀ ਹੈ, ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਪਾਪ, ਘਮੰਡ, ਹੰਕਾਰੀ ਪਾਸਟਰ ਇਹ ਜੇ ਆ ਜਾਣਗੇ ਜਿਹੜੇ ਪਰਮੇਸ਼ਵਰ ਦੇ ਵਿੱਚ ਤੁਹਾਨੂੰ ਕਹਿਣਗੇ ਇੱਥੇ ਮੈਂ ਅੱਗ ਉਤਾਰਨਾ, ਇੱਥੇ ਪਰਮੇਸ਼ਵਰ ਹੈ, ਇੱਥੇ ਪਰਮੇਸ਼ਵਰ ਹੈ। ਕਹਿੰਦਾ ਕਦੇ ਵੀ ਉਹਨਾਂ ਦਾ ਵਿਸ਼ਵਾਸ ਨਹੀਂ ਕਰਨਾ, ਕਿਉਂਕਿ ਪਰਮੇਸ਼ਵਰ ਨੇ ਦੇ ਪਿਤਾ ਨੂੰ ਪਤਾ ਵੀ ਪਰਮੇਸ਼ਵਰ ਕਦੋਂ ਆਉਣਾ, ਉਹੀ ਸਮਾਂ ਜਾਣਦਾ ਪਰਮੇਸ਼ਵਰ ਦਾ ਵੀ ਕਦੋਂ ਆਉਣਾ। ਵੀ ਕਿਸੇ ਤੇ ਵਿਸ਼ਵਾਸ ਨਾ ਕਰਨਾ ਵੀ ਉਹ ਕਹੇ ਵੀ ਇੱਥੇ ਕੁਝ ਹੈ, ਇੱਥੇ ਕੁਝ ਹੈ। ਨੋ, ਤੁਸੀਂ ਕਹਿੰਦਾ ਹਰੇਕ ਅਗੂਏ ਨੂੰ, ਹਰੇਕ ਦਾਤ ਨੂੰ ਉਹਨਾਂ ਦੇ ਫਲਾਂ ਤੋਂ ਪਹਿਚਾਣੋ ਵੀ ਉਹ ਤੁਹਾਡੇ ਲਈ ਚੰਗੇ ਨੇ ਕਿ ਨਹੀਂ ਚੰਗੇ। ਇੱਥੇ ਕੀ ਕਹਿ ਰਿਹਾ, ਧਰਮੀ ਜਨ ਦੀ ਜਿਹੜੀ ਲਾਲਸਾ ਉਹ ਭਲਾਈ ਦੇ ਕੰਮ ਕਰਦੀ ਹੈ, ਪਰਮੇਸ਼ਵਰ ਉਹਨਾਂ ਨੂੰ ਭਲਾਈ ਮੰਗਦਾ। ਜੇ ਅਸੀਂ ਕੁਝ ਪਰਮੇਸ਼ਵਰ ਦੇ ਵਿੱਚ ਬੀਜਿਆ, ਜੇ ਅਸੀਂ ਦਾਨ ਬੀਜਦਾ, ਪਰਮੇਸ਼ਵਰ ਦੇ ਵਿੱਚ 10,000 ਦਾਨ ਬੀਜਦਾ, ਤੁਸੀਂ ਉਹ ਸ਼ਰਮਿੰਦਾ ਨਹੀਂ ਹੋਵੋਗੇ, ਉਹ ਚੌਗਣਾ ਕਰਕੇ ਤੁਹਾਡੇ ਜੀਵਨ ਦੇ ਵਿੱਚ ਆਏਗਾ। ਹਾਲੇਲੂਇਆ। ਜੇ ਤੁਸੀਂ ਪਰਮੇਸ਼ਵਰ ਦੇ ਲਈ ਬੀਜ ਰਹੇ ਹੋ, 200 ਬੀਜ ਰਹੇ ਹੋ, 500 ਬੀਜ ਰਹੇ ਹੋ, ਤਾਂ ਵੀ ਤੁਹਾਡੇ ਜੀਵਨ ਦੇ ਵਿੱਚ ਚੌਗਣਾ ਕਰਕੇ ਆਏਗਾ। ਮੈਨੂੰ ਬੜਾ ਦੁੱਖ ਹੁੰਦਾ ਜਦੋਂ ਤੁਸੀਂ ਪਰਮੇਸ਼ਵਰ ਦੇ ਨਾਲ ਵਾਅਦਾ ਕਰਕੇ ਮੁੱਕਰ ਜਾਂਦੇ ਹੋ। ਹਾਲੇਲੂਇਆ। ਇੱਕ ਨੇ ਕਿਹਾ ਸੀ, ਪਾਸਟਰ ਜੀ ਮੇਰੀ ਘਰ ਵਾਲੀ ਨੂੰ ਚੰਗਾ ਕਰ ਦੋ, ਇਹਨੂੰ ਉਠਾ ਦੋ। ਕਹਿੰਦਾ ਇਹਨੂੰ ਚੰਗਾ ਕਰ ਦੋ, ਇਹਨੂੰ ਉਠਾ ਦੋ, ਮੈਂ ਛੱਡ ਪਾ ਦਵਾਂਗਾ। ਹਾਲੇਲੂਇਆ। ਹਿਸਾਰ ਹਰ ਇੱਕ ਡਾਕਟਰਾਂ ਕੋਲ ਫਿਰ ਆਏ, ਡਾਕਟਰ ਕਹਿੰਦੇ ਵੀ ਇਹਦਾ ਆਪਰੇਸ਼ਨ ਕਰਨਾ ਪਏਗਾ, ਇੰਨਾ ਪੈਸਾ ਆ ਜਾਏਗਾ। ਪਤਾ ਨਹੀਂ ਕਿੰਨੇ ਪੈਸੇ ਮੰਗੇ ਸੀ ਡਾਕਟਰ ਨੇ। ਉਹਨਾਂ ਨੇ ਕੁਦਰਤੀ ਫੋਨ ਤੇ ਗੱਲ ਕਰੀ ਮੇਰੇ ਨਾਲ, ਮੈਂ ਉਹਨਾਂ ਲਈ ਪ੍ਰਾਰਥਨਾ ਕੀਤੀ, ਮੈਂ ਉਹਨਾਂ ਨੂੰ ਕਿਹਾ ਤੁਸੀਂ ਆ ਜਾਓ, ਚਰਚ ਵਿੱਚ ਆ ਜਾਓ, ਮੀਟਿੰਗ ਦੇ ਵਿੱਚ ਤੁਸੀਂ ਚੰਗੇ ਹੋ ਜਾਓ। ਸਿਰਫ 2 ਸੰਡੇ ਆਏ, ਹੁਣ ਤਾਂ ਆਏ ਉਹ 4 ਲਗਾਤਾਰ ਆ ਰਹੇ ਸੀ। 2 ਸੰਡਿਆਂ ਦੇ ਵਿੱਚ, ਤੀਸਰੇ ਸੰਡੇ ਦੇ ਵਿੱਚ ਉਹ ਤੁਰਨ ਲੱਗ ਗਈ ਸੀ। ਹਾਲੇਲੂਇਆ। ਤੀਸਰੇ ਸੰਡੇ ਉਹਦੇ ਜਿਹੜੇ ਲੱਕ ਦੀ ਪੇਟੀ ਲੱਗੀ ਹੋਈ ਸੀ, ਰੁਮਾਲ ਦੇ ਨਾਲ ਪ੍ਰਾਰਥਨਾ, ਨੈਟ ਦੇ ਪਾਈ ਹੋਈ ਵੀਡੀਓ, ਰੁਮਾਲ ਦੇ ਨਾਲ ਜਦੋਂ ਪ੍ਰਾਰਥਨਾ ਕੀਤੀ ਉਹ ਤੁਰਨ ਲੱਗ ਗਈ। ਉਹਦੇ ਵਿੱਚ ਦੁਸ਼ਟ ਆਤਮਾ ਪ੍ਰਗਟ ਹੋਈ, ਉਹ ਦੁਸ਼ਟ ਆਤਮਾ ਉਹਦੇ ਵਿੱਚੋਂ ਨਿਕਲੀ, ਜਿਹਨੇ ਉਹਨੂੰ ਜਕੜਿਆ ਹੋਇਆ ਸੀ, ਪਕੜਿਆ ਹੋਇਆ ਸੀ, ਉਹ ਛੱਡ ਕੇ ਚਲੀ ਗਈ। ਉਹ ਕਹਿੰਦੇ ਪਾਸਟਰ ਜੀ ਅਸੀਂ ਛੱਡ ਪਾ ਦਾਂਗੇ, ਤੁਸੀਂ ਪਰਵਾਹ ਨਾ ਕਰੋ। ਮੈਂ ਯਾਰ ਤੂੰ ਵਾਅਦਾ ਤਾਂ ਕਰ ਰਿਹਾ, ਪੂਰਾ ਕਰ ਦੇਗਾ। ਹਾਲੇਲੂਇਆ। ਕਿਉਂਕਿ ਮੈਂ ਜਾਣਦਾ ਹੁੰਨਾ ਜਿਹੜੇ ਕਹਿੰਦੇ ਨੇ ਮੈਂ ਨਹੀਂ ਛੱਡਦੀ, ਮੈਂ ਨਹੀਂ ਛੱਡਦੀ ਪ੍ਰਭੂ ਨੂੰ, ਸਭ ਤੋਂ ਪਹਿਲਾਂ ਉਹੀ ਛੱਡਦਾ ਪ੍ਰਭੂ ਨੂੰ। ਹਾਲੇਲੂਇਆ। ਮੈਨੂੰ ਕਹਿੰਦਾ ਪ੍ਰਭੂ, ਕਹਿੰਦਾ ਦੇਖ ਕੀ ਬੋਲ ਰਹੀ ਅੱਜ, ਮੈਂ ਬੋਲੀ ਜਾਂਦੀ ਪ੍ਰਭੂ, ਮੈਨੂੰ ਪਤਾ ਆ। ਹਾਲੇਲੂਇਆ। ਜਿਹੜਾ ਕਹਿੰਦਾ ਮੈਂ ਨਹੀਂ ਛੱਡਦੀ, ਮੈਂ ਨਹੀਂ ਛੱਡਦੀ ਪ੍ਰਭੂ ਨੂੰ, ਛੱਡਦਾ ਉਹੀ ਹੈ। ਹਾਲੇਲੂਇਆ। ਹਾਲੇਲੂਇਆ। ਸਮਝ ਰਹੇ ਹੋ? ਜਿਹੜਾ ਕਹੇ ਮੈਂ ਨਹੀਂ ਛੱਡਦੀ, ਮੈਂ ਨਹੀਂ ਛੱਡਦੀ, ਛੱਡਦਾ ਉਹੀ ਹੈ ਪ੍ਰਭੂ। ਜਿਹੜਾ ਕਹੇ ਚੰਗਾ ਕਰੇ ਚਾਹੇ ਨਾ ਕਰੇ ਪ੍ਰਭੂ ਮੈਂ ਤੇਰਾ ਗਾ, ਚੰਗਾ ਕਰੇ ਚਾਹੇ ਨਾ ਕਰ ਮੈਂ ਤੇਰਾ, ਮੈਂ ਤੇਰੇ ਕੋਲ ਆਵਾਂਗਾ, ਚਾਹੇ ਮੈਨੂੰ ਚੰਗਾ ਕਰ ਚਾਹੇ ਨਾ ਕਰ। ਉਹ ਪਰਮੇਸ਼ਵਰ ਦੇ ਵਿਸ਼ਵਾਸ ਨੇ। ਹਾਲੇਲੂਇਆ। 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 ਜਦੋਂ ਉਸਦੇ ਲੇ ਹੈਂਡ ਹੋਈ, ਰਮਾਲ ਕਰਕੇ ਪ੍ਰਾਰਥਨਾ ਕੀਤੀ ਕਿ ਉਹ ਬਿਲਕੁਲ ਚੰਗੀ ਹੋ ਗਈ, ਤੁਰਨ ਲੱਗੀ, ਭੱਜਣ ਲੱਗੀ, ਕੰਮ ਕਰਨ ਲੱਗੀ, ਘਰ ਦੇ ਸਾਰਾ ਕੁਝ, ਅਸੀਂ ਉਹਨਾਂ ਦੇ ਘਰ ਵਿੱਚ ਜਾ ਕੇ ਵੀ ਆਏ, ਸਭ ਕੁਝ ਸਿਸਟਮ ਠੀਕ ਹੋ ਗਿਆ। ਇੱਕ ਕੰਮ ਨਹੀਂ ਬਣਿਆ, ਉਹ ਲੋਨ ਕਰਵਾ ਰਿਹਾ ਸੀ, ਲੋਨ ਨਹੀਂ ਬਣਿਆ ਉਹਦਾ। ਹਾਲੇਲੂਇਆ। ਜੇ ਜ਼ਮੀਨ ਹੋਏਗੀ ਤਾਂ ਹੀ ਬਣੇਗੀ ਜ਼ਮੀਨ। ਕਹਿੰਦਾ ਜ਼ਮੀਨ ਮੇਰੇ ਕੋਲ ਆਇਆ ਨਹੀਂ ਪਾਸਟਰ ਜੀ, ਇਦਾਂ ਹੀ ਲੋਨ ਬਣਨਾ ਚਾਹੀਦਾ। ਚਲੋ ਮੈਂ ਪ੍ਰਾਰਥਨਾ ਕੀਤੀ, ਨਹੀਂ ਬਣਿਆ, ਬੈਂਕ ਵਾਲੇ ਨਹੀਂ ਕਰਕੇ ਗਏ, ਬਸ ਉਦੋਂ ਤੋਂ ਹੀ ਉਹ ਆਣੋਂ ਹਟ ਗਏ। ਹਾਲੇਲੂਇਆ। ਇਹਦੇ ਵਿੱਚ ਮੇਰਾ ਕਸੂਰ ਹੈ? ਹਾਲੇਲੂਇਆ। ਕਿਆ ਪਰਮੇਸ਼ਰ ਉਹਨਾਂ ਲਈ ਬੈਸਟ ਕਰਨਾ ਹੋਵੇ ਵੀ ਲੋਨ ਨਾ ਲੈਣਾ ਹੋਵੇ? ਜ਼ਰੂਰੀ ਵੀ ਲੋਨ ਨਾ ਭਰਿਆ ਗਿਆ ਉਹ ਤੋਂ ਵੀ ਉਹਨਾਂ ਦੇ ਉੱਤੇ ਕਰਜ਼ਾ ਚੱਲ ਜੂ। ਉਹ ਕਰਵਾ ਰਿਹਾ ਸੀ, ਪਤਾ ਨਹੀਂ 13-14 ਲੱਖ ਦਾ ਲੋਨ ਕਰਵਾ ਰਿਹਾ ਸੀ। ਹਾਲੇਲੂਇਆ। ਤੁਸੀਂ ਦੇਖੋ ਵੀ ਕਿਆ ਉਹ ਕਹਿੰਦਾ ਵੀ ਲੋਨ ਕਰਵਾ ਕੇ ਮੈਂ ਇੱਥੇ ਕੁਛ ਦੇ ਦੂੰਗਾ, ਮੈਨੂੰ ਕੋਈ ਲਾਲਚ ਨਹੀਂ ਹੈ। ਹਾਲੇਲੂਇਆ। ਮੈਂ ਪਹਿਲਾਂ ਵੀ ਕਹਿਣਾ ਹੁੰਦਾ, ਮੈਨੂੰ ਕੋਈ ਲਾਲਚ ਨਹੀਂ ਹੈ, ਮੈਂ ਆਪਣੀ ਪਰਮੇਸ਼ਰ ਦੀ ਸੇਵਾ ਕਰਨੀ ਹੈ, ਜਿਵੇਂ ਮਰਜ਼ੀ ਮੈਂ ਕਰ ਸਕਦਾ। ਹਾਲੇਲੂਇਆ। ਠੀਕ ਹੈ ਨਾ? ਪਰ ਜੋ ਵਾਅਦਾ ਨਾ ਪੂਰਾ ਕਰਿਆ ਕਰੋ।
मैं परमेश्वर ने कदे वादा नहीं करता भी प्रभु मैं आ करूँगा, क्योंकि उन्होंने मैनू पता है ਉਹਦੀ मार बहुत भैड़ी है। कई लोग वादा कर देंगे ने परमेश्वर की ਅਸੀਂ ਐ ਕਰਾਂਗੇ ਫਿਰ ਭੁੱਲ ਜਾਂਦੇ ਨੇ, ਫਿਰ ਭੁੱਲ ਕੇ ਉਹਨੂੰ ਚੱਕਰ ਲੱਗਦੇ ਨੇ, ਡਿੱਗਦੇ ਨੇ ਫਿਰ ਉਹ। ਹਾਲੇਲੂਇਆ। ਕਿਸੇ ਨੂੰ ਬਿਮਾਰੀ ਲੱਗਦੀ ਹੈ, ਕਿਸੇ ਨੂੰ ਕੁਝ ਲੱਗਦਾ, ਕਿਸੇ ਨੂੰ ਕੁਝ ਲੱਗਦਾ। ਪਰਮੇਸ਼ਰ ਕਹਿੰਦਾ ਤੇਰੇ ਉੱਤੇ ਤਾੜਨਾ ਮੈਂ ਤਾਂ ਪਾਉਣਾ ਵੀ ਤੂੰ ਸੁਧਰ ਜਾਏ। ਤੈਨੂੰ ਯਾਦ ਦਿਲਾਉਣ ਵਾਸਤੇ ਮੈਂ ਤਾੜਨਾ ਪਾ ਰਿਹਾ, ਤੈਨੂੰ ਯਾਦ ਦਿਲਾਉਣ ਵਾਸਤੇ ਤੇਰੇ ਉੱਤੇ ਮੈਂ ਕ੍ਰੋਧ ਕਰ ਰਿਹਾ, ਤੈਨੂੰ ਬਿਮਾਰੀ ਦੇ ਰਿਹਾ। ਅਸੀਂ ਭੁੱਲਣਾ ਨਹੀਂ ਹੈਗਾ, क्योंकि परमेश्वर कह रहा है ਜਿਹੜਾ ਧਰਮੀ ਜਨ ਹੈ ਉਹ ਲਾਲਸਾ ਦੇ ਵਿੱਚ ਹਰ ਉਹਦੀ ਲਾਲਸਾ ਦਾ ਮਤਲਬ ਹੈ ਪਰਮੇਸ਼ਰ ਨੂੰ ਪਿਆਰ, ਉਹਦੀ ਇੱਛਾ ਹੋਰ ਵਧੀ ਜਾਣੀ ਪਰਮੇਸ਼ਰ ਦੇ ਭਲਾਈ ਦੇ ਕੰਮਾਂ ਦੇ ਵਿੱਚ। ਜਿੰਨਾ ਅਸੀਂ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਬੀਜਦੇ ਹਾਂ ਉਨਾ ਹੀ ਅਸੀਂ ਪਰਮੇਸ਼ਰ ਦੇ ਰੂਹ ਨੂੰ ਖੁਸ਼ ਕਰਦੇ ਹਾਂ। ਹਾਲੇਲੂਇਆ। ਕਈਆਂ ਨੂੰ ਤਾਂ ਏਦਾਂ ਲੱਗਦਾ ਵੀ ਸ਼ਾਇਦ ਇਹ ਪਾਸਟਰ ਪਤਾ ਨਹੀਂ ਆਪਣੇ ਲਈ ਕਰ ਰਿਹਾ ਕਿ ਨਹੀਂ ਕਰ ਰਿਹਾ। ਨੋ, ਹਾਲੇਲੂਇਆ। ਦੇਖੋ ਮੈਂ ਆਪਣੇ ਲਈ ਨਹੀਂ ਕਰ ਰਿਹਾ, ਮੈਂ ਚਰਚ ਦੇ ਲਈ, ਹਰ ਇੱਕ ਦੇ ਜੀਵਨ ਦੇ ਲਈ, ਤੁਹਾਡੇ ਬੈਠਣ ਦੇ ਲਈ, ਸ਼ੈੱਡ ਦੇ ਲਈ ਹਰ ਇੱਕ ਚੀਜ਼ ਚਾਹੀਦੀ ਹੈ। ਕੁਛ ਆਪਣੀਆਂ ਚਾਂਦਣੀਆਂ ਆਣੀਆਂ ਸੀ 7000 ਦੀਆਂ ਸਾਡੇ ਕੋਲ, ਠੀਕ ਸਾਰਾ ਕੁਝ ਕਰ ਲਿਆ। ਫਿਰ ਐਟ ਟਾਈਮ ਮੈਂ ਜਵਾਬ ਦਿੱਤਾ ਮੈਂ ਨਹੀਂ ਯਾਰ ਪੈਸੇ ਨਹੀਂ ਹੈ, ਫਿਰ ਦੇਖਾਂਗੇ। ਉਹ 250 ਰੁਪਏ ਦੀ ਚਾਂਦਣੀ ਲੱਗ ਰਹੀ ਹੈ, 300 ਦਾ ਕੁਛ ਵਧੀਆ ਸਿਸਟਮ, ਤੇ 7000 ਦਾ ਬੰਡਲ ਨਵੀਆਂ ਨੇ ਅਨਲੱਗ ਕੋਈ ਦੇ ਰਿਹਾ ਟੈਂਟ ਵਾਲਾ। ਅਸੀਂ ਗਏ ਸੀ, ਫਿਰ ਮੈਂ ਕਿਹਾ ਮੈਂ ਨਹੀਂ ਪਹਿਲਾਂ ਸੈੱਟ ਦਾ ਕੰਮ ਕੰਪਲੀਟ ਕਰੋ, ਫਿਰ ਦੇਖਾਂਗੇ ਆਪਾਂ ਜੇ ਆਪਣੇ ਕੋਲ ਗੁੰਜਾਇਸ਼ ਹੋਈ ਫਿਰ ਲੈ ਲਾਂਗੇ। ਹਾਲੇਲੂਇਆ। ਪਰ ਜਦੋਂ ਅਸੀਂ ਪਰਮੇਸ਼ਵਰ ਦੇ ਵਿੱਚ ਬੀਜਦੇ ਹਾਂ ਤਦੇ ਹੀ ਕੁਝ ਬਣੇਗਾ। ਹਾਲੇਲੂਇਆ। ਅੱਗੇ ਪੜਾਂਗਾ। ਕੋਈ ਤਾਂ ਵੰਡਦਾ ਹੈ ਫਿਰ ਵੀ ਉਹਦਾ ਮਾਲ ਵੱਧਦਾ ਹੈ। ਕਹਿੰਦਾ ਕੋਈ ਵੰਡਦਾ ਹੈ, ਜਿਹੜਾ ਵੰਡਦਾ ਪਰਮੇਸ਼ਰ ਦੇ ਵਿੱਚ ਬੀਜਦਾ, ਕਹਿੰਦਾ ਉਹਦਾ ਮਾਲ ਕੀ ਕਰਦਾ ਹੈ? ਵੱਧਦਾ। ਹਾਲੇਲੂਇਆ। ਕਹਿੰਦਾ ਜਿਹੜਾ ਵੰਡਦਾ ਪਰਮੇਸ਼ਰ ਦੇ ਵਿੱਚ ਬੀਜਦਾ ਉਹਦਾ ਮਾਲ ਕੀ ਕਰਦਾ? ਵੱਧਦਾਗਾ। ਹਾਲੇਲੂਇਆ। ਮੈਂ ਬੀਜਿਆ, ਮੈਂ ਫਲਵੰਤ ਹੋਇਆ। ਹਾਲੇਲੂਇਆ। ਪਹਿਲਾਂ ਮੈਂ ਵੀ ਤੁਹਾਡੇ ਵਾਂਗੂ ਧਰਤੀ ਤੇ ਨੀਚੇ ਬੈਠਣ ਵਾਲਾ ਸੀ, ਤੁਹਾਡੀ ਸੰਗਤ ਦੇ ਵਿੱਚ ਹੀ ਮੈਂ ਬੈਠਣ ਵਾਲਾ ਸੀ, ਪਰ ਮੈਂ ਬੀਜਿਆ, ਮੈਂ ਲੋੜ ਤੋਂ ਵੱਧ ਬੀਜਿਆ। ਪਰਮੇਸ਼ਰ ਦੇ ਵਿੱਚ ਇੰਨਾ ਬੀਜਿਆ ਕਿ ਪਾਸਟਰ ਵੀ ਹੈਰਾਨ ਰਹਿ ਜਾਂਦਾ ਸੀ। ਹਾਲੇਲੂਇਆ। ਉਹਨੇ ਫੋਨ ਮਾਰਨਾ ਬਸ ਪਾਸਟਰ ਨੇ ਮੈਨੂੰ ਵੀ ਇੰਨੇ ਕਰ ਦੇ, ਮੈਂ ਉਹਦੀ ਇੰਨੇ ਕਰ ਦਿੰਦਾ ਚਾਹੇ ਮੈਂ ਡਿਊਟੀ ਤੇ ਹੁੰਦਾ। ਹਾਲੇਲੂਇਆ। ਉਹਨੇ ਕਰਨਾ, ਮੈਂ ਆ ਰਿਹਾ ਬਸ ਮੈਂ ਨਾਲ ਦੀ ਨਾਲ ਆਪਣੇ ਟੈਂਟ ਲੈ ਕੇ ਮੈਂ ਉਦੋਂ ਪਹਿਲਾਂ ਤਿਆਰੀ ਕਰ ਦੇਣੀ ਸੀ। ਜੇ ਮੈਂ ਪਾਸਟਰ ਸੀ ਪਹਿਲਾਂ ਮੈਂ ਸਾਰਾ ਕੁਝ ਆਪ ਇਕੱਲਾ ਮੈਂ ਤਿਆਰੀ ਕਰਦਾ ਹੁੰਦਾ ਸੀ, ਉਦੋਂ ਬੱਚੇ ਨਹੀਂ ਸਨ। ਹੁਣ ਤੇ ਸਾਰਾ ਆਪ ਤਿਆਰ ਕਰਦੇ ਨੇ। ਉਦੋਂ ਘਰਾਂ ਦੇ ਵਿੱਚ ਸਤਸੰਗ ਲੱਗਦੀ ਹੁੰਦੀ ਸੀ, ਘਰਾਂ ਦੇ ਵਿੱਚ ਪਾਸਟਰ ਤੋਂ ਆਉਣ ਤੋਂ ਪਹਿਲਾਂ ਮੈਂ ਸਾਰੀ ਤਿਆਰੀ ਕਰਦਾ ਹੁੰਦਾ ਸੀ। ਸੌਣ ਦੀ ਸਿਸਟਮ ਸੀ, ਉਦੋਂ ਆਉਣ ਤੋਂ ਪਹਿਲਾਂ ਹੀ ਆਰਾਧਨਾ ਸਟਾਰਟ ਹੋ ਜਾਂਦੀ ਸੀ। ਆਰਾਧਨਾ ਸਟਾਰਟ ਕਰਦਾ ਸੀ ਮੈਂ ਉਹਦੇ ਆਉਣ ਤੋਂ। ਬਸ ਉਹਨਾਂ ਨੇ ਕਿ ਸਿਰਫ ਅੱਗੇ ਇੱਕ ਭਜਨ ਲਾਣਾ, ਬਚਨ ਕਰਕੇ ਚਲੇ ਜਾਣਾ। ਹਾਲੇਲੂਇਆ। ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਆਤਮਾ ਦੇ ਵਿੱਚ ਵੀ ਇਹਦੇ ਇੱਥੇ ਪ੍ਰਾਰਥਨਾ ਇੰਨੀ ਹੋ ਗਈ, ਇੰਨੀ ਆਰਾਧਨਾ ਹੋ ਗਈ ਵੀ ਇਹਨਾਂ ਮਸਾ ਆ ਗਿਆ। ਇੱਥੇ ਪੁੱਛ ਲਓ ਜਿਹੜੇ ਪੁਰਾਣੇ ਨੇ, ਮਸੀਹ ਨੇ, ਉਹਨਾਂ ਨੂੰ ਪੁੱਛ ਲਓ ਵੀ ਅਸੀਂ 2 ਘੰਟੇ ਪਹਿਲੇ ਆਰਾਧਨਾ ਕਰਨ ਲੱਗ ਜਾਂਦੇ ਸੀ। ਉਹਦੇ ਤਾਂ 11 ਵਜੇ ਸਟਾਰਟ ਹੁੰਦੀ ਹੈ ਮੇਰੇ ਆਉਣ ਤੋਂ। ਉਹ ਵੀ ਮੈਂ ਕਹਿੰਦਾ ਕਰ ਦੋ ਯਾਰ ਸਟਾਰਟ। ਹਾਲੇਲੂਇਆ। ਜੇ 10 ਵਜੇ ਆਰਾਧਨਾ ਸਟਾਰਟ ਹੋ ਜੇ ਤੇ 12 ਵਜੇ ਪਾਸਟਰ ਕਿਉਂ ਨਾ ਆ ਜੇ ਸਟੇਜ ਤੇ, ਔਰ 12 ਵਜੇ ਆ ਕੇ ਤੁਹਾਨੂੰ ਵਚਨ ਕਰਕੇ 1 ਵਜੇ ਸਮਾਪਤੀ ਹੋ। ਹਾਲੇਲੂਇਆ। ਪਰ ਤੁਹਾਡਾ ਆਣਾ ਵੀ ਜ਼ਰੂਰੀ ਹੈ ਨਾ। ਤੁਸੀਂ ਆਨੇ ਹੋ 11 ਵਜੇ, ਚਲੋ ਆਰਾਧਨਾ ਖਤਮ ਹੋ ਜਾਏਗੀ, ਬਸ ਪਾਸਟਰ ਦੇ ਵਚਨ ਤੇ ਜਾਵਾਂਗੇ। ਹਾਲੇਲੂਇਆ। ਕੋਈ ਗੱਲ ਨਹੀਂ, ਰਾਤ ਨਹੀਂ ਚੱਲਦੀ ਨਹੀਂ ਅਜੇ, ਉੱਥੇ ਵੀ ਤਾਂ ਖੜਨਾ ਪੈਂਦਾ। ਪਾਸਟਰ ਜੀ ਕੜਾਈ ਰੱਖਦੇ ਨੇ ਭੈਣੇ, ਮੇਰੇ ਤਾਂ ਗੋਡੇ ਲਿਖਦੇ ਨੇ, ਮੇਰੇ ਤੋਂ ਤਾਂ ਖੜੀ ਨਹੀਂ ਜਾਂਦਾ। ਜੇ ਕਿ ਮਾਤਾ ਪੈਨਸ਼ਨ ਆ ਰਹੀ ਹੈ ਜਬ ਆਗੇ ਜਾ ਫਿਰ 3 ਘੰਟੇ ਖੜੀਆਂ ਰਹਿਣਗੀਆਂ ਲਾਈਨ ਦੇ ਵਿੱਚ, ਫੇਰ ਨਹੀਂ ਗੋਡੇ ਦੁਖਦੇ। ਜੇ ਕਿਸੇ ਦੇ ਘਰੇ ਡੀਜੇ ਲੱਗੇ ਹੋਣ ਔਰ ਕਹਿੰਦੇ ਨੱਚ ਕੇ ਦੂਸਰੇ ਗਾਣਿਆਂ ਤੇ, ਫਿਰ ਸਾਰੀ ਰਾਤ ਨੱਚੀ ਜਾਣਗੀਆਂ, ਫੇਰ ਨਹੀਂ ਗੋਡੇ ਦੁਖਦੇ। ਫਿਰ ਖੁਸ਼ੀ ਹੁੰਦੀ ਹੈ ਨਾ ਵੀ ਦੂਸਰੇ ਗਾਣੇ ਲੱਗ ਰਹੇ ਨੇ। ਹਾਲੇਲੂਇਆ। ਪਰ ਪਰਮੇਸ਼ਰ ਕਹਿੰਦਾ ਦੂਜੇ ਗਾਣੇ ਤੁਹਾਨੂੰ ਸ਼ੋਭਾ ਨਹੀਂ ਦਿੰਦੇ, ਉਹ ਸਾਡੇ ਲਈ ਖਤਰਨਾਕ ਨੇ।
परमेश्वर के गाने ते नचो। जिन्हें भी स्टेटस लाना परमेश्वर का स्टेटस लाए, भजन लाए, फालतू के गाने ना लाए, क्योंकि वो साडे लई अच्छे नहीं। परमेश्वर घिन करदा वो गाणियां तो जी, क्योंकि मैं दसदा हर एक चीज जो बाइबल दे विचों पढ़ी है वो मैं दसदा सुनदा। जो तुमने पहला सुन लिया, ला लिया, रिकॉर्ड कर लिया, कुछ कर लिया। मैं भी सुनदा हुंदा सी पहला, पर जिद्दां दा मसीह दे विच आया उदों दा बंद कीते हुए। हालेलुया। जदों मैं मसीह दे विच जान लग गया सी, पहला टीवी बंद करया सी मैं। हालेलुया। जेड़ा सब तो पहला मैं टीवी बंद करया सी, जो मेरी सब तो पहला टीवी। उस तो बाद साडे घर दे विच कदे टीवी नहीं लगया है, ना ही है मेरे घर दे विच, ना ही मैं रखिया। हालेलुया। सब तो वध मैं देखा करता सी टीवी, पर मैं ही जब चर्च विच जान लग गया उदी ही बंद कर दिता। और फिर मैं प्रार्थना, दिन रात प्रार्थना, बचन पढ़ना, दिन रात बचन, दिन रात। मेरा कोई दोस्त नहीं सी, मैं कल्ला अंदर ही बैठा रहता सी। मेरी मम्मी क्या करती थी, बाहर लंघ जा, बाहर चला जा, होर भी तो मुंडे फिरते ने, तू कद नहीं फिरदा? नहीं फिरना मैं उन्हां वर्गा नहीं, मैं बचन पढ़ना। मैं अंदर ही गुम रहना, प्रार्थना करी जानी, करी जानी, करी जानी। एक दिन ਇਹੋ ਜਿਹਾ ਹੋਇਆ कि फोन आन लगे, फोन ते मैं जिन्ने भी कलेशे जाते सी मैं उन्होंने प्रार्थना कर लगे। तो इदा ही पास्टर जी का फोन आया, पास्टर जी ने मैंने चुनिया। 3 महीने बाद मैं गया स्टेज पे चढ़िया। 3 महीने बाद 3 महीने बाद मैं स्टेज पे चढ़िया सी। पास्टर जी ने मैंने फोन करके कहा, अवतार जी तुहानू चुनिया गया परमेश्वर, मैनू हुक्म होया तुसी आ जाओ स्टेज पे चढ़ो। मैं पास्टर जी मैं हजे लाइक नहीं, मैं हजे प्रार्थना करांगा। मैं कोई नहीं देखांगे। तो मैं 3 महीने प्रार्थना की थी और परमेश्वर के अगे गोडने लगे। 3 महीने प्रार्थना करके कहा, प्रभु तेरे वालों ये हजूरी है। परमेश्वर ने एग्जैस्ट किया। फिर मैं पास्टर जी को गया, पास्टर के आमने सामने बैठा, उन्हें फिर दोबारा कहा। फिर मैं कहा मां हाँ यही भालदा सी मैं सामने सामने, क्योंकि परमेश्वर की जी कॉलिंग वो समझ नहीं पैंदी है। जो पास्टर के सामने गया तो पास्टर ने कहा तुसी चढ़ो, मैनू तेन 3 महीने हो गए, बहुत हो गया। जो मैं चढ़िया परमेश्वर ने ब्लैस किया मैनू। हौली हौली मैं अलग सी मैं सारिਆਂ ਦਾ। ਉੱਥੇ मैं जिन्हां तक आराधना होनी सी मेरे हाथ ऊपर ही रहंदे सी, कदे थल्ले। जिन्ने भी भजन लगने, जिन्ने भी भजन लगने मेरे हाथ ऊपर रहे। वीडियो कट के देख सकते, जिन्ने भी भजन लगने सी मेरे हाथ ऊपर रहंदे सी, कदे भी नीचे नहीं आए सी। ਤੁਹਾਨੂੰ ਕਹਿ ਕੇ ਜ਼ੋਰ ਲਾ ਲੈਣਾ, ਤੁਹਾਡੇ ਤਾਂ ਇੱਥੇ ਹੀ ਰਹਿੰਦੇ। ਜਿਵੇਂ ਜੁੜੇ ਹੁੰਦੇ ਹੋ, ਜੁੜੇ ਇੱਥੇ ਹੀ ਰਹਿੰਦੇ ਨੇ ਹੱਥ ਤੁਹਾਡੇ। ਹਾਲੇਲੂਇਆ। ਸਾਨੂੰ ਰਾਤ ਨਾ ਪਰਮੇਸ਼ਰ ਨੇ ਖੁਸ਼ ਕਰਨ ਵਾਸਤੇ, ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਸਾਡੀ ਜ਼ਿੰਦਗੀ ਦੇ ਵਿੱਚ ਉਦਾਸੀ ਨੂੰ ਉਤਾਰਨ ਵਾਸਤੇ ਦਿੱਤੀ ਹੈ। ਵੀ ਸਾਡੀ ਜ਼ਿੰਦਗੀ ਵਿੱਚੋਂ ਜਿਹੜਾ ਸੋਗਪਣਾ, ਉਦਾਸੀ ਉਹ ਸਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਏ और साड़ी जिंदगी विच परमेश्वर की खुशी भर जाए। जेड़ा वध बीजदा है वो कहता वंडदा है, वध बीजदा है कहता ओहो फिर परमेश्वर भी उन्हें ਵਧਾਉਂਦਾ है। कहा ना परमेश्वर ने बाणी दे विच, जो वध बीजेगा वो वध बढ़ेगा, जो घट बीजेगा वो घट बढ़ेगा। हालेलुया हालेलुया। ਇੱਥੇ ਤਾਂ ਵੰਡਣ ਦੀ ਗੱਲ ਕੀ ਹੈ, ਇੱਥੇ ਤਾਂ ਆਪਦਾ ਦਸਵੰਧ ਵੀ ਨਹੀਂ ਦੇ ਰਹੇ। ਹਾਲੇਲੂਇਆ ਹਾਲੇਲੂਇਆ। ਉਹ ਗੱਲੇ ਦਿੱਤੇ ਸੀ ਇਹਨਾਂ ਨੂੰ ਵੀ ਚੱਲ ਤੁਸੀਂ ਗੱਲੇ ਲੈ ਜਾਓ ਆਪਣੇ ਘਰਾਂ ਦੇ ਵਿੱਚ, ਵੀ 1000 ਰੁਪਇਆ ਤੁਸੀਂ ਉਹਦੇ ਵਿੱਚ ਹਰੇਕ ਨੂੰ ਆਪਣੇ ਮੁਤਾਬਕ ਜਿੰਨੇ ਵੀ ਉਹਨਾਂ ਦੇ ਪੈਸੇ ਬਣਦੇ ਸੀ, ਦਿਹਾੜੀ ਦੇ ਪੈਸੇ ਬਣਦੇ ਸੀ, ਉਹਨਾਂ ਮੁਤਾਬਕ ਉਹਦੇ ਵਿੱਚ ਪਾਏ ਜਾਣੇ ਸੀ। चाहे 700 बनता सी, चाहे 400 बनता, चाहे 500 बनता, चाहे 600 बनता, चाहे 1000 रुपया बनता, चाहे 12, चाहे 200, चाहे 2000। ਤੁਹਾਨੂੰ ਐਦਾ ਨਹੀਂ ਕਿਹਾ ਵੀ ਉਹਦੇ ਵਿੱਚ ਹਮੇਸ਼ਾ ਹੀ ਆ, ਹਮੇਸ਼ਾ ਹੀ ਵੱਟ ਪਾ ਕੇ ਲਿਆਓ। ਕਿਹਾ ਸੀ ਕਿਸੇ ਨੇ? ਬੋਲੋ। ਤੁਹਾਨੂੰ ਰੋਕਿਆ ਗਿਆ ਵੀ ਉਹਦੇ ਵਿੱਚ ਕਿੰਨੇ ਪਾਣੇ ਨੇ? ਤੁਹਾਨੂੰ ਇਹ ਕਿਹਾ ਸੀ ਵੀ ਉਹਦੇ ਵਿੱਚ 1000 ਹੀ ਪਾਓ। ਤੁਹਾਨੂੰ ਕੀ ਕਿਹਾ ਸੀ? जिन्ना तोड़ा दसबंध बनता इस गले दे विच होवे, चाहे वो 200 रुपया बनता, चाहे 300 रुपया बनता, चाहे 400 रुपया बनता, चाहे 1000 रुपया बनता, चाहे 2000, चाहे 5000, जिन्नी तोड़ी योग्यता के हिसाब नाल तुसीं कमाउने हो उसे दे नाल। पर कई तो कहंदे
मैं पास्टर जी ने गले दे के हुण हर संडे देने, हर महीने देने दिया करने, हर महीने पानी पिया करने। हालेलुया। मैं सोचे प्रभु मैं तो नहीं, मैं तो तेरी कम्मा वास्ते, शैड वास्ते, सब चीज़ों वास्ते मैं किस्तां भर रहा, ये सारा लोन करवा के कराया होया मैं। इन्होंने मैं कहा सी मां ना करो, पर ये नहीं मानते, छेती छेती काली 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 सब कुछ कर देंगे ने। फिर औखा सानू हुंदा जदों किस्तां भरनियां पैंदियां ने। ये किस्तां दी कराया होया सारा कुछ। 30-35 हज़ार रुपया भर गया महीने में। पहले डीजे की 7,000 किस्त आती हुई सी इन्हां दी, जिहड़े अपना साउंड है, अपना सारा साउंड है, पर यह तो निबड़ गया। पर यह भी बड़ी मुश्किल दे नाल भरिया सी। उदों नहीं इन्ना कुछ नहीं हुंदा हुंदा सी, इन्ना नहीं सारा 7-8 हज़ार रुपया आउंदा ते उन्हें तो 7-8-10 हज़ार रुपये नाल तो सारी किस्तां ही भरियां ने। फिर असीं अपनी किस्तां भी भरनियां हुंदियां, वो भी लै किसी तो फड़, किसी तो कुछ कर, इदां भरदे हुंदे सी। मुश्किल आती है चीज़ करने लिए। ऐदा नहीं मिनिस्ट्री बन गई, लंबी मिनिस्ट्री बन गई या चला रहे हैं असं, वो पिछे रीजन है, संघर्ष है, दौड़ है, करनी पैंदी है। हालेलुया हालेलुया। वो पिछे पैसे लाने पैंदे ने। हालेलुया। बीजना पैंदा। हालेलुया। ਜਿਹੜਾ ਵੰਡਦਾ ਆ ਉਹ ਆਪਣੇ ਧਨ ਨੂੰ ਵਧਾਉਂਦਾ ਆ। ਜਿਹੜਾ ਵੰਡਦਾ ਹੈ ਉਹ ਆਪਣੇ ਧਨ ਨੂੰ ਵਧਾਉਂਦਾ ਆ। ਸੁਲੇਮਾਨ ਨੇ ਪਰਮੇਸ਼ਰ ਦਾ ਭਵਨ ਬਣਾਇਆ, ਸੁਲੇਮਾਨ ਨੂੰ ਪਰਮੇਸ਼ਰ ਨੇ ਸੋਨੇ ਦੇ ਵਿੱਚ ਰੱਖਿਆ। ਸੋਨੇ ਦੇ ਭਾਂਡਿਆਂ ਵਿੱਚ ਖਾਂਦਾ ਸੀ, ਸੋਨੇ ਦੇ ਭਾਂਡਿਆਂ ਵਿੱਚ ਪੀਂਦਾ ਸੀ, ਸੋਨੇ ਦੇ ਪਲੰਘ ਦੇ ਉੱਤੇ ਪੈਂਦਾ ਸੀ, क्योंकि उसने भवन बनाया। परमेश्वर के लिए 1000 भेटां चढ़ाइयां, तुसी एक भी चढ़ाए नहीं सकते। परमेश्वर कहता तुसी बड़े सोहने सोहने घरां दे विच रहंदे हो, अपने अपने घरां दे विच बड़े सोहने पर्दे ला के रहंदे हो, घैंट बना के रहंदे हो। कहता मेरा भवन देखिए, कहता चादरां पाटियां पईयां ने, चीज़ां होईयां पईयां ने, कदे मेरा भवन वेखिया? जिस तरह तुसी अपने घरां दे विच सोहणे सजावट रखदे हो, क्या परमेश्वर दे भवन नूं सजावट करन दी आस नहीं बनदी, इच्छा नहीं बनदी भी यार साडे भवन दे विच सानूं आ चीज़ दी लोड़ आ, असीं करिए। इकल्ले तोड़ियां वास्ते नहीं, सब दे वास्ते है, सब दे वास्ते। जेहड़े बीजड़े ने वो तो अच्छा है। अगे की कहंदा उत्थे पढ़ांगे फिर। जो वंडदा कोई तो वंडदा है फिर भी ओदा माल वधदा है। कहंदा कोई तो वंडदा फिर ओदा माल वधी जांदा। हालेलुया हालेलुया। ओदा माल की हुंदा वधदा है। जदों असीं परमेश्वर दे भवन दे विच आके बेचदे आ ना, वो वधदा है। हां जी। अते कोई जोग खर्च तो सरफा करदा है ते कोई खर्च दा भी नहीं हैगा। कहना कोई अपने घर दे लई कपड़े ते भी नहीं खर्चदा हैगा, इन्ना सरफा करदा हो नहीं होए। मैंने पैसे बचा के रख छड्ड जरा, ऐ कर ऐदा करो, बस 500 दा सूट नहीं लेना, 200 दा ही ले ला। हालेलुया। 500 दा नहीं लेना, 200 दा सूट ले। अपने टाकियां नाल पा के रखणगे, खर्चदे भी नहीं हैगे। जे परमेश्वर के भवन दे विच ओदा पति 1000 रुपया दे रहा, ओदी घर वाली बोले नहीं 1000 नहीं देना, 500 देना, कम चालू रहने दे। प्रभु ने देखना जे ओदी पत्नी भेजन वाली ओदा पति को नहीं, वैसे उत्थे केड़ा पुछदा है, जे उत्थे केड़ा देखदा छड्ड पर ऐदा ही दे दे 150 रुपया चल जूगा। जेडे पति पत्नी बेचते ने परमेश्वर फिर उन्हें ब्लैस भी करता। हालेलुया। जेडे बेच रहे हैं ना परमेश्वर उन्हें ब्लैस भी करता। वो कहता ना मैं बधाई जाना, वो बधाई जाना बधाई जाना बधाई जाना बधाई जाना, वो कभी घाटा नहीं पाता। फिर
ਜਿਹੜਾ ਕੰਗਾਲ ਉਹ ਕੀ ਕਹਿ ਰਿਹਾ, ਕਹਿੰਦਾ ਜਿਹੜਾ ਕੰਜੂਸੀ ਅਪਣਾਉਂਦਾ ਹੈ, ਆਪਣੇ ਕੱਪੜੇ ਲੈਣ ਤੋਂ ਵੀ, ਆਪਣੇ ਬੱਚੇ ਨੂੰ ਕੱਪੜੇ ਲੈਣ ਤੋਂ ਵੀ, ਆਪਣੇ ਪਰਿਵਾਰ ਤੋਂ ਕੱਪੜੇ ਲੈਣ ਤੋਂ ਵੀ, ਆਪਣੇ ਕਹਿੰਦਾ ਚਰਚ ਨੂੰ ਦੇਣ ਤੋਂ ਵੀ ਰੁਕਦਾ, ਕਹਿੰਦਾ ਫਿਰ ਉਹ ਕੰਗਾਲ ਹੋ ਜਾਂਦਾ। ਹਾਲੇਲੂਇਆ। ਵਚਨ ਪੜੋ ਇਹੀ ਫਿਰ। ਅਤੇ ਕੋਈ ਜੋਗ ਖਰਚ ਤੋਂ ਸਰਫਾ ਕਰਦਾ ਹੈ, ਕਹਿੰਦਾ ਆਪਣੇ ਖਰਚੇ ਤੋਂ ਵੀ ਘੱਟ ਖਰਚਾ ਕਰਨ ਦੀ ਸੋਚਦਾ ਵੀ ਯਾਰ ਮੈਂ ਏਦਾਂ ਕਰਾਂ। ਨੋ, ਖੁੱਲਾ ਖੁੱਲਾ ਕਰੋ, ਪਰਮੇਸ਼ਰ ਨੇ ਦੇ ਦੇਣਾ ਹੈ। ਤੇ ਕੰਗਾਲ ਹੀ ਰਹਿੰਦਾ ਹੈ। ਕੀ ਕਹਿੰਦਾ, ਕੰਗਾਲ ਹੀ ਰਹਿੰਦਾ। ਉੱਥੇ ਤੋਂ ਉੱਥੇ ਖੜਿਆ ਨਾ, ਖੜਿਆ ਪਰ ਮੈਂ ਖੁੱਲਾ ਵੇਚਿਆ, ਮੈਂ ਕਿੱਥੇ ਆ। ਹਾਲੇਲੂਇਆ, ਹਾਲੇਲੂਇਆ। ਜੇ ਅਸੀਂ ਬੀਜਾਂਗੇ, ਜਿਹੜੇ ਚੜੇ ਹੋਏ ਨੇ ਉਹ ਤਾਂ ਉੱਤਰ ਜਾਣਗੇ, ਕੋਈ ਗੱਲ ਨਹੀਂ, ਅੱਜ ਨਹੀਂ ਤਾਂ ਕੱਲ ਉੱਤਰ ਜਾਣਗੇ। ਪਰ ਜੇ ਅਸੀਂ ਆਪਾਂ ਜ਼ਿੰਦਗੀ ਜੀਏ ਨਹੀਂ, ਕਾਹਦੇ ਵਾਸਤੇ ਕਮਾਉਂਦੇ ਆ? ਬੋਲੋ, ਜੀਣ ਵਾਸਤੇ, ਜ਼ਿੰਦਗੀ ਅੱਛੀ ਜੀਣ ਵਾਸਤੇ, ਆਪਣੇ ਬੱਚਿਆਂ ਦੇ ਭਵਿੱਖ ਵਾਸਤੇ। ਪਰ ਜੇ ਉਹਨੂੰ ਅਸੀਂ ਵਰਤਿਆ ਨਾ ਪੈਸੇ ਨੂੰ, ਉਹਨੂੰ ਉੱਲੀ ਲੱਗੀ, ਜੰਗਾਲ ਲੱਗ ਗਈ, ਉਹਦਾ ਫਾਇਦਾ ਕੀ ਹੈ? ਉਸ ਨੂੰ ਰੱਖੇਗਾ ਜੇ ਅਸੀਂ ਜੂਝ ਨਹੀਂ ਕੀਤਾ, ਅਸੀਂ ਅੱਛਾ ਹਟਾਇਆ ਨਹੀਂ, ਅੱਛਾ ਪਾਇਆ ਨਹੀਂ, ਅੱਛਾ ਖਵਾਇਆ ਨਹੀਂ, ਸਾਰੀ ਉਮਰ ਸਾਡੀ ਗਧੇ ਦੇ ਵਾਂਗੂ ਲੰਘ ਜਾਂਦੀ ਹੈ ਕਮਾਉਂਦੇ ਕਮਾਉਂਦੇ। ਅਸੀਂ ਸੋਚਦੇ ਰਹਿੰਦੇ ਅੱਜ ਵੀ ਦਿਨ ਆਜੂ, ਅੱਜ ਵੀ ਅੱਛਾ ਆਜੂ, ਅੱਜ ਵੀ ਅੱਛਾ ਆਜੂ। ਅੱਛਾ ਕਦੇ ਨਹੀਂ ਆਉਣਾ। ਜੋ ਤੁਸੀਂ ਪਾ ਲਿਆ, ਖਾ ਲਿਆ, ਪਰਮੇਸ਼ਰ ਲਈ ਦੇਤਾ, ਪਰਮੇਸ਼ਰ ਲਈ ਬੀਜ ਲਿਆ, ਉਹੀ ਅੱਛਾ ਹੈਗਾ। ਹਾਲੇਲੂਇਆ, ਹਾਲੇਲੂਇਆ, ਉਹੀ ਅੱਛਾ ਹੈਗਾ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਉਹੀ ਅੱਛਾ ਹੈਗਾ। ਪਰ ਅਸੀਂ ਨੇ ਆਪਣੇ ਜੀਵਨ ਨੂੰ ਸਹੀ ਰੱਖਣਾ ਹੈ। ਜੋ ਅਸੀਂ ਪਰਮੇਸ਼ਰ ਦੇ ਲਈ ਬੀਜ ਸਕੀਏ, ਵੱਧ ਸਕੀਏ, ਉਹ ਫੁੱਲ ਸਕੀਏ ਪਰਮੇਸ਼ਰ ਦੇ। ਹਾਲੇਲੂਇਆ, ਹਾਲੇਲੂਇਆ। ਅੱਗੇ ਪੜਾਂਗੇ ਆਪਾਂ। ਸਖੀ ਜਨ ਮੋਟਾ ਹੋ ਜਾਵੇਗਾ ਤੇ ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ। ਹਾਲੇਲੂਇਆ। ਕੀ ਕਹਿ ਰਿਹਾ? ਦੁਬਾਰਾ ਪੜਾਂਗੇ। ਸਖੀ ਜਨ ਮੋਟਾ ਹੋ ਜਾਵੇਗਾ ਤੇ ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ। ਸਖੀ ਜਨ, ਹਾਲੇਲੂਇਆ। ਕਹਿੰਦਾ ਜਿਹੜਾ ਸੁਖੀ ਜਨ ਉਹ ਮੋਟਾ ਹੋ ਜਾਵੇਗਾ ਤੇ ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ। ਇਹਦਾ ਮਤਲਬ ਹੈ ਜਿਹੜਾ ਦਾਨੀ ਮਨੁੱਖ ਹੈ ਉਹ ਫਲਵੰਤ ਹੋ ਜਾਵੇਗਾ ਅਤੇ ਦੂਜਿਆਂ ਦੀ ਖੇਤੀ ਸਿੰਜਦਾ ਹੈ ਉਸ ਦੀ ਵੀ ਸਿੰਜੀ ਜਾਵੇਗੀ। ਜਿਹੜਾ ਦਾਨੀ ਮਨੁੱਖ ਹੈ ਉਹ ਫਲਵੰਤ ਹੋ ਜਾਵੇਗਾ। ਜਿਹੜਾ ਦੂਸਰਿਆਂ ਦੀ ਫਿਕਰ ਕਰਦਾ ਹੈ, ਉਹਦੀ ਸਿੰਜਦਾ, ਖੇਤੀ ਸਿੰਜਦਾ, ਬੀਜਦਾ, ਕਹਿੰਦਾ ਉਹਦੀ ਵੀ ਸਿੰਜੀ ਜਾਵੇਗੀ। ਹਾਲੇਲੂਇਆ। ਸਮਝ ਆ ਰਹੀ ਹੈ ਨਾ? ਜਿਹੜਾ ਦਾਨੀ ਮਨੁੱਖ ਹੈ ਉਹ ਫੁੱਲਦਾ ਤੇ ਵੱਧਦਾ ਹੈ। ਜੋ ਦੂਸਰੇ ਦੀ ਖੇਤੀ ਨੂੰ ਸਵਾਰਦਾ ਹੈ, ਸਿੰਜਦਾ ਹੈ, ਪਾਣੀ ਲਾਉਂਦਾ, ਉਹਨੂੰ ਪਾਉਂਦਾ ਹੈ, ਉਹਦੇ ਵਿੱਚ ਕੁਝ ਬੀਜਦਾ, ਕਹਿੰਦਾ ਜਿਹੜੀ ਉਹਦੀ ਖੇਤੀ ਹੈ ਉਹ ਵੀ ਸਿੰਜੀ ਜਾਏਗੀ। ਹਾਲੇਲੂਇਆ। ਜੇ ਅਸੀਂ ਦੂਸਰਿਆਂ ਦੇ ਲਈ ਅੱਛਾ ਮੰਗਦੇ ਹਾਂ, ਅੱਛੀ ਪ੍ਰਾਰਥਨਾ ਕਰਦੇ ਹਾਂ, ਅੱਛਾ ਬਿਹੇਵ ਕਰਦੇ ਹਾਂ, ਉਹਦੇ ਨਾਲ ਅੱਛਾ ਬੋਲਦੇ ਹਾਂ, ਅੱਛਾ ਉਹਦੇ ਬਾਰੇ ਸੋਚਦੇ ਹਾਂ, ਸਾਡੀ ਜਿਹੜੀ ਜ਼ੁਬਾਨ ਹੈ ਅੱਛੀ ਚੱਲ ਰਹੀ ਹੈ, ਉਹਦੇ ਜੇ ਅਸੀਂ ਮਾੜਾ ਬੋਲਾਂਗੇ, ਜੇ ਅਸੀਂ ਗਲਤ ਬੋਲਾਂਗੇ, ਅਸੀਂ ਦਾਨ ਨਹੀਂ ਦੇਵਾਂਗੇ ਕਿਸੇ ਨੂੰ। ਹਾਲੇਲੂਇਆ। ਉਹ ਬਾਬਿਆਂ ਨੂੰ ਨਹੀਂ ਦਾਨ ਦੇਣਾ ਜਿਹੜੇ ਆਉਂਦੇ ਨੇ ਘਰਾਂ ਵਿੱਚ ਮੰਗਣ ਵਾਲੇ। ਹਾਲੇਲੂਇਆ। ਕੋਈ ਸਣੀ ਤੇਲ ਪਾ ਦੇ, ਕੋਈ ਕੁਛ ਪਾ ਦੇ, ਉਹ ਨੋ। ਆਪਾਂ ਪਰਮੇਸ਼ਰ ਦੇ ਕੰਮਾਂ 'ਚ ਲਾਣਾਗਾ। ਹਾਲੇਲੂਇਆ। ਕਹਿੰਦੇ ਤੁਹਾਨੂੰ ਇੱਕ ਭੈਣ ਕਹਿ ਰਹੀ ਸੀ, ਕਹਿੰਦੀ ਮੇਰੇ ਕੋਲ ਬਾਬਾ ਆ ਗਿਆ, ਕਹਿੰਦੀ ਪਾਸਟਰ ਜੀ ਉਹਨੇ ਮੈਨੂੰ ਵਹਿਮ ਹੀ ਪਾ ਦਿੱਤਾ, ਐਦਾਂ ਮੈਂ ਤਾਂ ਸੁਣਿਆ ਕਿਉਂ ਭੈਣੇ। ਹਾਲੇਲੂਇਆ। ਸੁਣਨਾ ਨਹੀਂ ਚਾਹੀਦਾ ਸਾਨੂੰ ਉਸ ਆਦਮੀ ਦੇ ਕੋਲ ਖੜਨਾ ਵੀ ਨਹੀਂ ਚਾਹੀਦਾ। ਦੇਣ ਦੀ ਦੂਰ ਤਾਂ ਗੱਲ ਕੀ, ਅਸੀਂ ਹਾਲੇਲੂਇਆ। ਅਸੀਂ ਸਾਧ ਸੰਤਾਂ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ, ਨਾ ਹੀ ਉਹ ਘਰ ਮੰਗਦੇ ਨੇ। ਜਿਹੜੇ ਢੋਂਗੀ ਹੁੰਦੇ ਨੇ ਉਹੀ ਮੰਗਦੇ ਨੇ। ਹਾਲੇਲੂਇਆ। ਜਿਹੜੇ ਸਹੀ ਪਾਸਟਰ ਹੋਣਗੇ ਉਹ ਥਾਂ ਥਾਂ ਫਿਰਦੇ ਨਹੀਂ ਹੋਣਗੇ, ਉਹ ਆਪਣੀ ਚਰਚ ਦੇ ਵਿੱਚ ਜਾਂ ਆਪਣੀ ਕਲੇਸ਼ੀਆ ਦੇ ਵਿੱਚ ਹੀ ਜਾਣਗੇ। ਔਰ ਜਦੋਂ ਉਹਨਾਂ ਨੂੰ ਪਰਮੇਸ਼ਰ ਹੁਕਮ ਕਰੇਗਾ ਤਦ ਹੀ ਜਾਣਗੇ, ਨਾ ਕਿ ਉਹ ਥਾਂ ਥਾਂ ਫਿਰਦੇ ਹੋਣਗੇ। ਠੀਕ ਹੈ ਨਾ?
ਜਿਹੜੇ ਢੋਂਗੀ ਹੋਣਗੇ ਉਹ ਕਹਿਣਗੇ ਸਾਨੂੰ ਪਰਮੇਸ਼ਰ ਨੇ ਹੁਕਮ ਕਰਿਆ ਤੁਹਾਡੇ ਘਰ ਵਿੱਚ ਆਉਣ ਦੇ ਲਈ, ਅਸੀਂ ਆਵਾਂਗੇ, ਕਿਉਂਕਿ ਉਹ ਨੇੜੇ ਲਾਗੇ ਹੁੰਦੇ ਨੇ। ਹਾਲੇਲੂਇਆ। ਕਦੇ ਇੱਧਰ ਤੇ ਕਦੇ ਇੱਧਰ, ਉਹ ਸਾਰੇ ਘਰਾਂ ਦੇ ਵਿੱਚ ਜਾ ਕੇ ਆਉਂਦੇ ਨੇ। ਹਾਲੇਲੂਇਆ। ਪਰ ਮੈਂ ਕਿਸੇ ਦੇ ਇੱਕ ਘਰ ਦੇ ਵਿੱਚ ਹੀ ਜਾਊਂਗਾ, ਦੂਸਰੇ ਘਰ ਦੇ ਵਿੱਚ ਨਹੀਂ ਜਾਊਂਗਾ। ਹਾਲੇਲੂਇਆ। ਇਹ ਮੇਰਾ ਅਸੂਲ ਹੈ ਵੀ ਇੱਕ ਘਰ ਦੇ ਵਿੱਚ ਹੀ ਜਾਵਾਂਗੇ। ਕਿਸੇ ਦੂਸਰੇ ਦੇ ਚਾਹੇ ਚਾਚਾ ਹੋਵੇ, ਚਾਹੇ ਮਾਸੜ ਹੋਵੇ, ਚਾਹੇ ਕੋਈ ਵੀ ਹੋਵੇ, ਉਹਨਾਂ ਦਾ ਮੈਂ ਇੱਕ ਘਰ ਦੇ ਵਿੱਚ ਹੀ ਜਾਵਾਂਗਾ। ਜਿਸ ਘਰ ਦੇ ਵਿੱਚ ਪਰਮੇਸ਼ਰ ਨੇ ਆਦੇਸ਼ ਦਿੱਤਾ, ਜਿਸ ਘਰ ਦੇ ਵਿੱਚ ਤੁਸੀਂ ਜਾਓ ਉਸ ਘਰ ਦੇ ਵਿੱਚ ਸ਼ਾਂਤੀ ਦਿਓ। ਜੇ ਉਹ ਘਰ ਸ਼ਾਂਤੀ ਦੇ ਲਾਇਕ ਹੋਵੇ ਤਾਂ ਉੱਥੇ ਟਿਕੋ। ਬਸ ਇੱਕ ਘਰ ਦੇ ਵਿੱਚ ਜਾਓ, ਕਹਿੰਦਾ ਜੋ ਲਾਇਕ ਹੈ ਸ਼ਾਂਤੀ ਦੇ, ਉਸ ਘਰ ਦੇ ਵਿੱਚ ਹੀ ਸ਼ਾਂਤੀ ਦਿਓ, ਉਸ ਘਰ ਨੂੰ ਸ਼ਾਂਤੀ ਰਿਲੀਜ਼ ਕਰ ਦਿਓ। ਇਸ ਕਰਕੇ ਜੇ ਕੋਈ ਧਨੀ ਮਨੁੱਖ ਹੈ, ਬਲਵੰਤ ਮਨੁੱਖ ਹੈ, ਜੇ ਪਰਮੇਸ਼ਵਰ ਦੇ ਵਿੱਚ ਬੀਜ ਰਿਹਾ, ਜਿਸ ਤਰ੍ਹਾਂ ਕੁਰਨੇਲੀਅਸ ਨੇ ਪਰਮੇਸ਼ਵਰ ਦੇ ਵਿੱਚ ਲੋਕਾਂ ਨੂੰ ਦਾਨ ਦਿੱਤਾ, ਉਹਨਾਂ ਨੂੰ ਦਾਨ ਦੇ ਕੇ ਔਰ ਮਹਿਲ ਬਣਾਏ, ਪਰਮੇਸ਼ਵਰ ਦੀਆਂ ਚਰਚਾਂ ਬਣਾਈਆਂ, ਲੋਕਾਂ ਨੂੰ ਉਹਨਾਂ ਨੂੰ ਬੀਜਿਆ, ਔਰ ਉਹ ਪਰਮੇਸ਼ਵਰ ਦੇ ਵਿੱਚ ਧਨੀ ਦਾਨ ਨਹੀਂ ਮੰਨਿਆ ਗਿਆ, ਕਿਉਂਕਿ ਉਹ ਸਵਰਗ ਦੇ ਵਿੱਚ ਉਹਦਾ ਦਾਨ ਕਬੂਲ ਕੀਤਾ ਗਿਆ। ਹਾਲੇਲੂਇਆ। ਸਮਝ ਰਹੇ ਹੋ ਨਾ? ਕਿਉਂਕਿ ਜਦੋਂ ਧਨੀ ਮੰਨਿਆ ਗਿਆ, ਧਨੀ ਮਨੁੱਖ ਸੀ, ਲੋਕਾਂ ਦੀ ਸੇਵਾ ਕਰ ਰਿਹਾ ਸੀ, ਚਰਚਾ ਬਣਾਈਆਂ, ਮੰਦਿਰ ਬਣਾਏ, ਹਰ ਇੱਕ ਚੀਜ਼ ਬਣਾਈ, ਲੋਕਾਂ ਦੇ ਜਿੰਨੇ ਵੀ ਗਰੀਬ ਬੰਦੇ ਸੀ ਉਹਨਾਂ ਦੀ ਵੀ ਸੇਵਾ ਕੀਤੀ। ਜਦੋਂ ਪਰਮੇਸ਼ਵਰ ਦੇ ਦੂਤ ਨੇ ਆ ਕੇ ਦੱਸਿਆ ਤੇਰੇ ਦਾਨ ਦਸਵੰਧ ਸਵਰਗ ਦੇ ਵਿੱਚ ਕਬੂਲ ਕੀਤੇ ਗਏ ਨੇ, ਜਾ ਪਤਰਸ ਨੂੰ ਸੱਦ, ਆਪਣੇ ਮੇਰੇ ਦਾਸ ਨੂੰ ਘਰ ਵਿੱਚ ਬੁਲਾ ਤੇ ਪਵਿੱਤਰ ਆਤਮਾ ਪਾਓ ਤੋਂ ਔਰ ਬਪਤਿਸਮਾ ਲੈ। ਤਾਂ ਉਹ ਸਾਰੇ ਜਣੇ ਪਵਿੱਤਰ ਆਤਮਾ ਦੇ ਨਾਲ ਭਰ ਕੇ ਜਦੋਂ ਪਤਰਸ ਨੇ ਵਚਨ ਸੁਣਿਆ, ਜੇ ਉਹਨੇ ਬੀਜਿਆ ਸੀ, ਉਹਨੇ ਬੋਇਆ ਸੀ, ਤਾਂ ਇਹ ਦਾਨ ਉਹਦੇ ਸਵਰਗ ਦੇ ਵਿੱਚ ਕੰਪਲੀਟ ਹੋ ਗਏ, ਤਾਂ ਹੀ ਮੰਨੇ ਗਏ। ਹਾਲੇਲੂਇਆ। ਹਾਲੇਲੂਇਆ। ਜੋ ਅਸੀਂ ਧਰਤੀ ਤੇ ਬੀਜਾਂਗੇ ਸਾਡਾ ਸਵਰਗ ਵਿੱਚ ਉਹ ਬੀਜਿਆ ਜਾ ਰਿਹਾ। ਤੁਹਾਡੇ ਲਈ ਮਹਿਲ ਤਿਆਰ ਹੋ ਰਿਹਾ ਸਵਰਗ ਦੇ ਵਿੱਚ, ਜੋ ਤੁਸੀਂ ਉਰੇ ਬੀਜੋਗੇ। ਹਾਲੇਲੂਇਆ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸੁਪਨੇ ਆਣਗੇ ਆਪਣੇ ਘਰਾਂ ਦੇ, ਜਿਹੜੇ ਤੁਸੀਂ ਦਾਨ ਬੀਜ ਰਹੇ ਨੇ ਨਾ, ਜਿਹੜੇ ਉਹਨਾਂ ਦੇ ਮਹਿਲ ਤਿਆਰ ਹੋ ਰਹੇ ਨੇ ਸਵਰਗ ਦੇ ਵਿੱਚ, ਉਹਨਾਂ ਨੂੰ ਸੁਪਨੇ ਆਣਗੇ, ਉਹਨਾਂ ਦੇ ਘਰ ਬਣ ਲੱਗ ਰਹੇ ਨੇ ਯਿਸੂ ਦੇ ਨਾਮ ਦੇ ਵਿੱਚ। ਦੇਖਣਾ ਤੁਸੀਂ, ਕਹਿ ਰਿਹਾ ਮੈਂ, ਤੁਸੀਂ ਗਵਾਹੀਆਂ ਦੋਗੇ ਸੁਪਨਿਆਂ ਦੇ ਵਿੱਚ, ਕਹੋਗੇ ਵੀ ਸਾਨੂੰ ਸੁਪਨਾ ਆਇਆ ਵੀ ਸਾਡੇ ਘਰ ਤਿਆਰ ਹੋ ਰਹੇ। ਹਾਲੇਲੂਇਆ। ਜਿਹੜਾ ਦਾਨ ਪਰਮੇਸ਼ਰ ਦੇ ਵਿੱਚ ਬੀਜਦਾ ਹੈ ਉਹ ਸਦਾ ਫਲਵੰਤ ਹੁੰਦਾ ਰਹਿੰਦਾ ਹੈ। ਆਮੇਨ। ਆਪਾਂ ਅੱਗੇ ਪੜਾਂਗੇ। ਜਿਹੜਾ ਅਨਾਜ ਨੂੰ ਦੱਬ ਛੱਡਦਾ ਹੈ ਉਹਨੂੰ ਤਾਂ ਲੋਕ ਫਟਕਾਰ ਦਿੰਦੇ ਹਨ। ਜਿਹੜਾ ਅਨਾਜ ਨੂੰ ਦੱਬ ਛੱਡਦਾ ਹੈ, ਕਹਿੰਦਾ ਉਹਨੂੰ ਲੋਕ ਫਟਕਾਰ ਦਿੰਦੇ ਨੇ। ਪਰ ਜਿਹੜਾ ਵੇਚ ਛੱਡਦਾ ਹੈ ਉਹਦੇ ਸਿਰ ਨੂੰ ਅਸੀਸਾਂ ਦਿੰਦੇ ਹਨ। ਹਾਂ, ਜਿਹੜਾ ਲੋਕਾਂ ਦੇ ਵਿੱਚ ਜਿਹਨੂੰ ਲੋੜ ਹੈ ਉਹਨੂੰ ਦੇ ਦਿੱਤਾ, ਉਹਨੂੰ ਉਹਦੀ ਜ਼ਰੂਰਤ ਨੂੰ ਪੂਰਾ ਕਰ ਦਿੱਤਾ, ਉਹਨੂੰ ਫਿਰ ਲੋਕ ਅਸੀਸਾਂ ਦਿੰਦੇ ਨੇ। ਭਾਈ ਤੇਰੇ ਬੱਚੇ ਜੀ ਤੇਰੇ ਏਦਾਂ ਦਿੰਦੇ ਨੇ ਨਾ। ਜਿਹੜਾ ਅਨਾਜ ਨੂੰ ਦੱਬ ਕੇ ਰੱਖਣ ਨਾਲ ਤਾਂ ਉਹ ਅਨਾਜ ਖਰਾਬ ਕਰੂਗਾ ਨਾ, ਲੋਕਾਂ ਤੋਂ ਬੁਰਾ ਭਲਾ ਕਹਿ ਰਿਹਾ, ਗਾਲਾਂ ਖਾ ਰਿਹਾ। ਹਾਲੇਲੂਇਆ। ਜਿਹੜਾ ਪਰਮੇਸ਼ਰ ਦਾ ਦਸਵੰਧ ਦੱਬ ਕੇ ਰੱਖਦੇ ਨੇ ਉਹ ਪਰਮੇਸ਼ਰ ਤੋਂ ਫਟਕਾਰੇ ਲੈਂਦੇ ਨੇ। ਹਾਲੇਲੂਇਆ। ਹਾਲੇਲੂਇਆ। ਕਹਿ ਰਹੇ ਨਾ, ਜਿਹੜਾ ਪਰਮੇਸ਼ਰ ਦੇ ਦਸਵੰਧ ਨੂੰ ਦੱਬ ਕੇ ਰੱਖਦੇ ਨੇ ਉਹ ਫਟਕਾਰੇ ਲੈਂਦੇ ਨੇ। ਹਾਲੇਲੂਇਆ। ਜਿਹੜਾ ਪਰਮੇਸ਼ਰ ਦਾ ਦਸਵੰਧ ਨਹੀਂ ਦੱਬਦੇ ਔਰ ਦਿੰਦੇ ਨੇ ਉਹ ਸਦਾ ਸੁੱਖ ਦਾ ਆਨੰਦ ਲੈਣਗੇ ਔਰ ਵਾਦੇ ਫੁੱਲਦੇ ਰਹਿਣਗੇ ਪਰਮੇਸ਼ਰ। ਹਾਲੇਲੂਇਆ। ਕਿਉਂਕਿ ਜੋ ਬੋਲਿਆ ਗਿਆ ਸਟੇਜ ਤੋਂ ਉਹ ਤੁਹਾਡੀ ਜ਼ਿੰਦਗੀ ਵਿੱਚ ਹੋਏਗਾ। ਤੁਸੀਂ ਵਧੋਗੇ ਤੇ ਫੁੱਲੋਗੇ ਜੋ ਪਰਮੇਸ਼ਰ ਦੇ ਵਿੱਚ ਬੀਜ ਰਹੇ ਨੇ। ਹਾਲੇਲੂਇਆ। ਹਾਂਜੀ। ਜਿਹੜਾ ਉਦਮ ਨਾਲ ਭਲਾਈ ਨੂੰ ਭਾਲਦਾ ਹੈ ਉਹਨੂੰ ਪ੍ਰਸੰਨਤਾ ਨੂੰ ਲੱਭਦਾ ਹੈ, ਪਰ ਜਿਹੜਾ ਹਾਲੇਲੂਇਆ। ਥੈਂਕ ਯੂ ਜੀਸਸ। ਪਰ ਜਿਹੜਾ ਬੁਰਾਈ ਨੂੰ ਢੂੰਡਦਾ ਹੈ ਉਹ ਉਸ ਉੱਤੇ ਆ ਪਵੇਗੀ। ਆਪਾਂ ਪੜਾਂਗੇ ਰਸੂਲਾਂ ਦੀ ਕਿਤਾਬ 4 ਦੀ 32 ਔਰ 37, 32 ਤੋਂ ਲੈ ਕੇ 37 ਨਵੇਂ ਨਿਯਮ ਦੇ ਵਿੱਚ ਰਸੂਲਾਂ ਦੀ ਕਿਤਾਬ 4 ਦੀ
32 ਤੋਂ ਲੈ ਕੇ 37 ਸੀ। ਨੀਚਾ ਕਰਨ ਵਾਲਿਆਂ ਦੀ ਮੰਡਲੀ ਹਾਂ, ਇੱਥੇ ਦੱਸਿਆ ਜਾ ਰਿਹਾ ਵੀ ਜਿਹੜੇ ਵਿਸ਼ਵਾਸ ਕਰਦੇ ਸੀ ਪਰਮੇਸ਼ਵਰ ਦੇ ਵਿੱਚ, ਜਿਹੜੇ ਪੂਰੇ ਮਨ ਤੋਂ ਪਰਮੇਸ਼ਵਰ ਦੇ ਵਿੱਚ ਬੀਜ ਰਹੇ ਸੀ, ਵਿਸ਼ਵਾਸ ਕਰਦੇ ਸੀ, ਉਹਨਾਂ ਬਾਰੇ ਬੋਲਿਆ ਗਿਆ ਇੱਥੇ। ਹਾਂਜੀ, ਨੀਚਾ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ। ਹਾਂ, ਉਹਨਾਂ ਦੇ ਵਿੱਚ ਜਿਹੜੇ ਵਿਸ਼ਵਾਸੀ ਲੋਕ ਸਨ, ਇੱਕ ਮਨ ਸੀ, ਇੱਕ ਤਨ ਸੀ, ਇੱਕੇ ਆਤਮਾ ਦੇ ਵਿੱਚ ਬਣੇ ਹੋਏ ਸੀ। ਇੱਕ ਮਨ ਇੱਕ ਤਨ, ਵੀ ਕਿਸੇ ਦੇ ਨਾਲ ਭੇਦਭਾਵ ਨਹੀਂ ਕਰਨਾ, ਕਿਸੇ ਦੇ ਨਾਲ ਲੜਾਈ ਝਗੜਾ ਨਹੀਂ ਕਰਦਾ, ਕਿਸੇ ਦਾ ਜਿਹੜਾ ਕਮੀਜ਼ ਉਹਨਾਂ ਨੂੰ ਮਿਲ ਜਾਣਾ, ਚਾਹੇ ਦੂਸਰੇ ਦਾ ਚਾਹੇ ਤੀਸਰੇ ਦਾ, ਉਹ ਇੱਕ ਦੂਸਰੇ ਲਈ ਪਾ ਲੈਣਾ। ਜਿਵੇਂ ਆਪਾਂ ਕਹਿ ਦਿੰਦੇ ਨਾ, ਇਹ ਮੇਰੇ ਕੱਪੜੇ ਨੇ, ਕੋਈ ਦੂਸਰਾ ਪਾ ਨਹੀਂ ਸਕਦਾ। ਹਾਲੇਲੂਇਆ। ਪਰ ਚੇਲਿਆਂ ਦੇ ਵਿੱਚ ਐਦਾਂ ਨਹੀਂ ਸੀ। ਉਹ ਇੱਕ ਦੂਸਰੇ ਦੇ ਕੱਪੜੇ ਇੱਕ ਦੂਸਰੇ ਦੇ ਲਈ ਪਾਈ ਜਾਂਦੇ ਸੀ। ਉਹ ਕਦੇ ਭੇਦਭਾਵ ਨਹੀਂ ਕਰਦੇ। ਕਈ ਲੋਕ ਕਰਦੇ ਨੇ ਨਾ, ਇਹਦੇ ਖਬਰਾਂ ਕੀ ਬਿਮਾਰੀ ਲੱਗੀ ਹੋ, ਕਹਿੰਦੀਆਂ ਨੇ ਨਾ, ਭਾਈ ਵੀ ਕਹਿੰਦੇ ਲੱਗ ਕੀ ਬਿਮਾਰੀ ਲੱਗੀ ਹੋਊਗੀ, ਮੈਂ ਨਹੀਂ ਪਾਉਂਦਾ ਕਿਸੇ ਦੇ ਕੱਪੜੇ ਕੁੱਪੜੇ, ਜਾਂ ਮੈਂ ਨਹੀਂ ਪਾਉਂਦੀ ਕਿਸੇ ਦੇ ਕੱਪੜੇ ਕੁੱਪੜੇ। ਆਪ ਨੂੰ ਚਾਹੇ 100 ਲੱਗੀਆਂ ਹੋਣ, ਹਾਲੇਲੂਇਆ। ਦੂਸਰੇ ਨੂੰ ਤਾਂ ਇਹ ਕਿ ਕਰਨਗੀਆਂ ਵੀ ਪਤਾ ਨਹੀਂ ਆਪ ਕਿੰਨੇ ਸੁੱਧ ਨੇ। ਹਾਲੇਲੂਇਆ। ਦੂਸਰੇ ਲੋਕ ਤਾਂ ਇਹ ਸੁੱਧ ਕਰਨਗੇ, ਪਤਾ ਨਹੀਂ ਕਿੰਨੇ। ਕੱਪੜਿਆਂ 'ਚ ਕੁਝ ਨਹੀਂ ਹੁੰਦਾ। ਹੁਣ ਅਸੀਂ ਆ, ਮੇਰੇ ਨਾਲ ਰਹਿੰਦੇ ਨੇ ਬੱਚੇ, ਅਸੀਂ ਕੋਈ ਉਹ ਨਹੀਂ, ਇਹਨਾਂ ਨੂੰ ਮੇਰਾ ਮਿਲਦਾ, ਮੇਰਾ ਪਾ ਲੈਂਦੇ ਨੇ, ਮੈਨੂੰ ਇਹਨਾਂ ਦਾ ਮਿਲਦਾ, ਮੈਂ ਪਾ ਲੈਂਦਾ। ਪਤਾ ਹੀ ਨਹੀਂ ਲੱਗਦਾ ਕਿਹਦੇ ਕਿਹਦੇ ਪਾਈ ਫਿਰੀ ਜਾਂਦੇ। ਹਾਲੇਲੂਇਆ। ਇਹੀ ਹੈ ਚੇਲਿਆਂ ਦਾ, ਇੱਕ ਮਨ ਇੱਕ ਤਨ। ਵੀ ਉਹਨਾਂ ਦੇ ਮਨ ਦੇ ਵਿੱਚ ਵੀ ਔਰ ਤਨ ਦੇ ਵਿੱਚ ਵੀ ਕੋਈ ਫਰਕ ਨਹੀਂ ਸੀ। ਉਹ ਇੱਕ ਦੂਸਰੇ ਦਾ ਪਹਿਨਦੇ ਸੀ, ਇੱਕ ਦੂਸਰੇ ਦਾ ਪਾਉਂਦੇ ਸੀ, ਵੀ ਇੱਕ ਮਨ ਹੋ ਕੇ ਪ੍ਰਾਰਥਨਾ ਕਰਦੇ ਸੀ। ਇੱਥੇ ਉਹ ਨਹੀਂ ਤਾਂ ਮੇਰਾ ਕਿਉਂ ਪਾ ਲਿਆ, ਨਹੀਂ ਫਲਾਣੇ ਦਾ ਕਿਉਂ ਪਾ ਲਿਆ, ਢਿੱਕੜੇ ਦਾ ਕਿਉਂ ਪਾ ਲਿਆ, ਜਾਂ ਮੈਂ ਕਰਦਾ ਹੁੰਦਾ ਸੀ ਪਹਿਲਾਂ। ਹਾਲੇਲੂਇਆ। ਮੈਂ ਦੱਸਦਾ, ਹਾਲੇਲੂਇਆ। ਜਦੋਂ ਮਸੀਹ ਤੋਂ ਪਹਿਲਾਂ ਨਾ ਮੈਂ ਚੀਜ਼ਾਂ ਕਰਦਾ ਹੁੰਦਾ ਸੀ। ਮੈਂ ਆਪਣੇ ਬ੍ਰਦਰਾਂ ਨੂੰ ਪੈਂਟਾਂ ਨਹੀਂ ਪਾਉਣ ਦੇਣੀਆਂ ਸੀ, ਮੋਟਰਸਾਈਕਲ ਨਹੀਂ ਦਿੰਦਾ ਸੀ, ਆਪਣੇ ਕੋਲ ਹੀ ਰੱਖਦਾ ਹੁੰਦਾ ਸੀ। ਮੈਂ ਬਹੁਤ ਜਿੱਦੀ ਹੁੰਦਾ ਸੀ, ਗੁੱਸੇ ਵਾਲਾ ਹੁੰਦਾ ਸੀ ਮੈਂ। ਹੁਣ ਬਦਲਿਆ ਤਾਂ ਪ੍ਰਭੂ ਦੇ ਵਿੱਚ 4-5 ਸਾਲਾਂ ਤੋਂ ਮੈਂ ਪਰਮੇਸ਼ਵਰ ਦੇ ਵਿੱਚ ਬਦਲਿਆ ਆ ਗਿਆ। ਮੈਂ ਦੱਸਦਾ ਆਪਣੀਆਂ ਸਾਰੀਆਂ ਕਮੀਆਂ ਕਿ ਪਹਿਲਾਂ ਮੈਂ ਆਪਣੇ ਕੱਪੜੇ ਵੀ ਨਹੀਂ ਪਾਉਣ ਦਿੰਦਾ ਸੀ, ਮੋਟਰਸਾਈਕਲ ਤੇ ਹੱਥ ਵੀ ਨਹੀਂ ਲਾਉਣ ਦਿੰਦਾ ਸੀ। ਜਦੋਂ ਮੈਂ ਪ੍ਰਭੂ ਦੇ ਵਿੱਚ ਗਿਆ, ਮੈਨੂੰ ਪਹਿਲਾ ਵਚਨ ਆਇਆ, ਆਪਣੇ ਦੁਸ਼ਮਣਾਂ ਨੂੰ ਮਾਫ ਕਰ। ਫਿਰ ਮੈਂ ਤੇਰੀਆਂ ਸਾਰੀਆਂ ਗਲਤੀਆਂ ਨੂੰ ਤੇਰੇ ਪਾਪਾ ਨੂੰ ਮਾਫ ਕਰਾਂਗਾ। ਮੈਂ ਸੋਚਿਆ ਯਾਰ ਮੈਨੂੰ ਮਾਫ ਕਰ ਦੇਣੇ ਚਾਹੀਦੇ ਨੇ, ਸਾਰਿਆਂ ਨੂੰ ਮਾਫ ਕਰ ਦੇਣਾ ਚਾਹੀਦਾ। ਮੈਂ ਨਹੀਂ ਕਿਸੇ ਦੇ ਨਾਲ ਗੁੱਸਾ ਰਹਿੰਦਾ, ਕਿਸੇ ਦੇ ਨਾਲ ਗਿਲਾ ਵੀ ਨਹੀਂ ਰਹਿੰਦਾ। ਨੋ, ਜੇ ਮੇਰੇ ਮਾਰ ਵੀ ਜਾਵੇ ਫਿਰ ਵੀ ਮੈਂ ਕਹਿੰਦਾ ਪ੍ਰਭੂ ਕੋਈ ਗੱਲ ਨਹੀਂ, ਮਾਰ ਕੇ ਗਿਆ, ਮੈਂ ਮਾਫ ਕਰ ਦਿੰਦਾ। ਮੈਂ ਸਾਰਿਆਂ ਨੂੰ ਮਾਫ ਕਰ ਦਿੰਦਾ। ਹਾਲੇਲੂਇਆ, ਹਾਲੇਲੂਇਆ। ਉਹ ਤੋਂ ਬਾਅਦ ਵੀ ਮੈਂ ਰੋਕਿਆ ਹੈਗਾ। ਉਹ ਤੋਂ ਬਾਅਦ ਮੇਰਾ ਮੋਟਰਸਾਈਕਲ, ਮੇਰੇ ਕੱਪੜੇ, ਮੇਰੇ ਜੋ ਚੀਜ਼ ਵਰਤੀ ਜਾ ਰਹੀ ਹੈ ਮੈਂ ਦੇ ਦਿੱਤੀ। ਹਾਲੇਲੂਇਆ। ਕਹਿੰਦਾ ਜਿਹੜੀਆਂ ਤੇਰੀਆਂ ਕੀਮਤੀ ਚੀਜ਼ਾਂ ਨੇ, ਅੱਛੀਆਂ ਚੀਜ਼ਾਂ ਨੇ, ਤੁਸੀਂ ਉਹਨਾਂ ਨੂੰ ਦੇ ਸਕਦੇ ਹੋ। ਜਿਹੜੀਆਂ ਤੈਨੂੰ ਸਭ ਤੋਂ ਪ੍ਰਿਯ ਲੱਗਦੀਆਂ ਨੇ, ਪਿਆਰੀਆਂ ਲੱਗਦੀਆਂ ਨੇ, ਉਹ ਦੂਸਰਿਆਂ ਵਿੱਚ ਵੰਡੋ। ਜਿਹੜੀਆਂ ਤੁਹਾਨੂੰ ਵੱਧ ਚਾਹਤ ਹੋਵੇ ਨਾ ਤੁਹਾਡੇ ਦਿਲ ਦੀ, ਵੀ ਜਿਹੜੇ ਮੇਰੀ ਸਭ ਤੋਂ ਕਰੀਬੀ ਹੈ, ਉਹਨੂੰ ਦਿਓ ਪਰਮੇਸ਼ਰ। ਫਿਰ ਦੇਖਣਾ ਤੁਹਾਡੀ ਜ਼ਿੰਦਗੀ ਵਿੱਚ ਉਹ ਚੀਜ਼ ਹਾਲੇਲੂਇਆ। ਜਸਵੀਰ ਨੇ ਆਪਣੇ ਡੈਡੀ ਦੇ ਅਕਾਊਂਟ ਖਾਲੀ ਕਰਤਾ, ਆਪਣੀ ਮੰਮੀ ਦਾ ਅਕਾਊਂਟ ਖਾਲੀ ਕਰਤਾ। ਇੱਕ ਦਿਨ ਮੈਨੂੰ 10,000 ਦੀ ਜ਼ਰੂਰਤ ਸੀ। ਇਹਦਾ ਡੈਡੀ ਆਇਆ, ਕਹਿੰਦਾ ਤੁਹਾਨੂੰ 10,000 ਦੀ ਜ਼ਰੂਰਤ? ਮਾਂ ਹੋ, ਕਹਿੰਦਾ ਚੰਗਾ ਮੈਂ ਅਕਾਊਂਟ ਚ ਲੈਣਾ ਕਢਾ ਕੇ। ਜਦੋਂ ਗਿਆ ਘਰੇ ਮੇਰੇ ਲਵੇ ਆਵੇ, ਗੁੱਸਾ ਜਿਹਾ ਮੂੰਹ ਕਰਕੇ ਕਹਿੰਦਾ ਅਕਾਊਂਟ ਤਾਂ ਖਾਲੀ ਹੋ ਗਿਆ। ਹਾਲੇਲੂਇਆ। ਮੈਨੂੰ ਕੀ ਪਤਾ ਸੀ ਜਸਵੀਰ ਨੇ ਕਹਿੰਦਾ ਖਾਲੀ ਕਰਤਾ ਮੇਰਾ ਅਕਾਊਂਟ। ਹਾਲੇਲੂਇਆ। ਉਹਦੇ ਵਿੱਚ 50,000 ਦੀ 50,000 ਕਢਾ ਕੇ ਚਰਚ ਦੇ ਲਾਤਾ। ਇਹਦੀ ਮੰਮੀ ਦੇ ਅਕਾਊਂਟ 'ਚ 50,000 ਦੀ 50,000 ਚਰਚ 'ਚ ਲਾਤਾ। ਹਾਲੇਲੂਇਆ। ਇਹਨੇ ਬਚਨ ਪੜਿਆ ਸੀ ਤਾਂ ਕੀਤਾ ਇਹਨੇ। ਕਹਿੰਦਾ ਤੇਰੀ ਕੀਮਤੀ ਦੀ ਕੱਪੜੇ ਕੀ ਸਾਰੀ ਚੀਜ਼ ਆਪਣੇ ਘਰੋਂ ਲਿਆ ਕੇ ਆਪਣੇ ਕੋਲ ਰੱਖੀ ਪਈ ਹੈ। ਹਾਲੇਲੂਇਆ। क्या बेच सकता है? नहीं तो माँ बाप गाला कट कट के खा जाना, इतना तो एवें करे। नो, इन्हें परमेश्वर नहीं किया तो परमेश्वर ने भी चुनिया। थोड़े सारे नु मंग रो ऐसे कितने चढ़े बैठे अज पास्टर की पदवी ते बैठे।
ਜੇ ਉਹਨੇ ਬੀਜਿਆ, ਜਦੋਂ ਅਸੀਂ ਦਸਵੰਧ ਨੂੰ ਬੀਜਦੇ ਆ ਨਾ ਤਾਂ ਉਹ ਸਾਡੇ ਲਈ ਨਿਖਾਰ ਲੈ ਕੇ ਆਉਂਦਾ, ਸਾਨੂੰ ਥੱਲੇ ਨਹੀਂ ਰਹਿਣ ਦਿੰਦਾ, ਉਹ ਆਪਰ ਕਰਦਾ। ਉਹ ਇੰਨੀ ਬੀਜ ਦੀ ਤਾਕਤ ਹੈ। ਔਂਕਰਨੋਲਾ ਕਿੰਨਾ ਵੇਚਦਾ? 30 ਲੱਖ, 35 ਲੱਖ, 1 ਕਰੋੜ ਖਾਤਿਆਂ ਦੇ ਵਿੱਚ ਪਾ ਦਿੰਦਾ, ਆਪ ਵੀ ਖਾਲੀ ਹੋ ਜਾਂਦਾ। ਹਾਲੇਲੂਇਆ। ਪਰ ਅਸੀਂ ਜਿੰਨਾ ਸਾਡੇ ਲਈ ਹੁੰਦਾ ਸੀ ਉਹਨਾਂ ਹੀ ਬੀਜਦੇ ਹਾਂ। ਅਸੀਂ ਵੱਧ ਨਹੀਂ ਕਹਿੰਦੇ ਵੀ ਮੈਂ ਇੰਨਾ ਬੀਜਦਾ, ਨੋ, ਜਿੰਨਾ ਸਾਡੇ ਕੋਲ ਹੁੰਦਾ ਅਸੀਂ ਉਹਨਾਂ ਬੀਜਦੇ ਹਾਂ। ਚਾਹੇ ਜਿੰਨਾ ਮਰਜ਼ੀ ਹੋਵੇ, ਚਾਹੇ 500 ਹੋਵੇ, ਚਾਹੇ 1000 ਹੋਵੇ, ਚਾਹੇ 3000 ਹੋਵੇ, ਜਿੰਨਾ ਸਾਨੂੰ ਪਰਮੇਸ਼ਵਰ ਦੇ ਵਿੱਚ ਬਰਕਤ ਹੁੰਦੀ ਅਸੀਂ ਉਹਨਾਂ ਹੀ ਬੀਜਦੇ ਹਾਂ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਵਰ ਦੇ ਲਈ ਬੀਜਾਂਗੇ, ਹਾਂਜੀ ਪੜੋ। ਅਤੇ ਕਿਸੇ ਨੇ ਆਪਣੇ ਮਾਲ ਵਿੱਚੋਂ ਕਿਸੇ ਵੀ ਚੀਜ਼ ਨੂੰ ਆਪਣੀ ਨਹੀਂ ਸੀ ਆਖਿਆ। ਠੀਕ ਹੈ ਨਾ, ਕਿਸੇ ਨੇ ਵੀ ਆਪਣੇ ਮਾਲ ਦੇ ਵਿੱਚੋਂ ਉਹਨੂੰ ਆਪਣੀ ਚੀਜ਼ ਨਹੀਂ ਆਖਿਆ ਹੈਗਾ। ਹਾਂਜੀ, ਪਰ ਉਹ ਸਾਰੀਆਂ ਵਸਤਾਂ ਵਿੱਚ ਭਾਈਵਾਲ ਸਨ। ਉਹ ਸਾਰੀਆਂ ਵਸਤਾਂ ਦੇ ਵਿੱਚ ਭਾਈਵਾਲ ਸਨ। ਆਪਣੀਆਂ ਜਿੰਨੀਆਂ ਵੀ ਵਸਤਾਂ ਵਰਤਦੇ ਸਨ, ਜਿੰਨੀਆਂ ਵੀ ਚੀਜ਼ਾਂ ਇਸਤੇਮਾਲ ਕਰਦੇ ਸਨ, ਉਹ ਸਾਰੀਆਂ ਇਕੱਠੇ ਕਰਦੇ ਸਨ, ਇੱਕ ਦੂਸਰੇ ਨਾਲ ਸਹਿਮਤੀ ਦੇ ਨਾਲ ਕਰਦੇ ਸਨ। ਹਾਂਜੀ, ਅਤੇ ਰਸੂਲ ਵੱਡੀ ਸ਼ਕਤੀ ਨਾਲ ਪ੍ਰਭੂ ਯਿਸੂ ਦੇ ਜੀ ਉੱਠਣ ਦੀ ਸਾਖੀ ਦਿੰਦੇ ਸਨ। ਉਹ ਸਾਰੇ ਜਣੇ ਪਰਮੇਸ਼ਵਰ ਦੇ ਪ੍ਰਚਾਰ ਕਰਦੇ ਸਨ, ਜੀ ਉੱਠਣ ਦੀ ਪ੍ਰਚਾਰ ਕਰਦੇ ਸਨ, ਸਿੱਖਿਆ ਦਿੰਦੇ ਸਨ। ਹਾਂਜੀ, ਅਤੇ ਉਹਨਾਂ ਸਭਨਾਂ ਉੱਤੇ ਵੱਡੀ ਕਿਰਪਾ ਸੀ। ਤੇ ਉਹਨਾਂ ਸਾਰਿਆਂ ਦੇ ਉੱਤੇ ਪਰਮੇਸ਼ਵਰ ਦੀ ਵੱਡੀ ਕਿਰਪਾ ਸੀ। ਕਹਿ ਰਿਹਾ ਨਾ, ਜਦੋਂ ਉਹਨਾਂ ਨੇ ਬੀਜਿਆ ਇੱਕ ਦੂਸਰੇ ਦਾ ਸਾਂਝੀਵਾਲ ਸੀ, ਫਿਰ ਸਾਰਿਆਂ ਦੇ ਉੱਤੇ ਇੱਕ ਵੱਡੀ ਕਿਰਪਾ ਹੋਈ ਉਹਨਾਂ ਦੇ ਉੱਤੇ। ਹਾਂਜੀ, ਉਹਨਾਂ ਵਿੱਚੋਂ ਕਿਸੇ ਨੂੰ ਘਾਟਾ ਨਹੀਂ ਸੀ। ਉਹਨਾਂ ਦੇ ਵਿੱਚੋਂ ਕਿਸੇ ਨੂੰ ਘਾਟਾ ਨਹੀਂ ਸੀ। ਇਸ ਲਈ ਕਿ ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਿਕ ਸਨ, ਜਿਹੜੇ ਜ਼ਮੀਨਾਂ ਤੇ ਘਰਾਂ ਦੇ ਮਾਲਕ ਸਨ, ਉਹ ਉਹਨਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਉਂਦੇ ਅਤੇ ਰਸੂਲਾਂ ਦੇ ਚਰਨਾਂ ਉੱਤੇ ਧਰਦੇ ਸਨ। ਹਾਲੇਲੂਇਆ। ਜਿੰਨਾ ਵੀ ਉਹਨਾਂ ਦਾ ਜ਼ਮੀਨਾਂ ਦਾਨ ਹੁੰਦਾ ਸੀ, ਸਾਰਾ ਕੁਝ ਜਿੰਨਾ ਵੀ ਉਹਨਾਂ ਦਾ ਮੁੱਲ ਹੁੰਦਾ ਸੀ, ਰਸੂਲਾਂ ਦੇ ਚਰਨਾਂ ਦੇ ਵਿੱਚ ਰੱਖਦੇ ਸੀ। ਹਾਲੇਲੂਇਆ। ਹਾਂਜੀ, ਅਤੇ ਹਰੇਕ ਨੂੰ ਉਹਦੀ ਲੋੜ ਅਨੁਸਾਰ ਵੰਡ ਦਿੰਦੇ ਸਨ। ਜਿੰਨੀ ਵੀ ਉਹਨਾਂ ਨੂੰ ਲੋੜ ਹੁੰਦੀ ਸੀ, ਜਿੰਨੇ ਵੀ ਰਸੂਲ ਹੁੰਦੇ ਸਨ, ਉਹਨਾਂ ਦੀ ਲੋੜ ਮੁਤਾਬਕ, ਚਰਚ ਦੇ ਕੰਮਾਂ ਦੇ ਮੁਤਾਬਕ ਉਹਨਾਂ ਨੂੰ ਵੰਡ ਦਿੰਦੇ ਸਨ, ਉਹਨਾਂ ਨੂੰ ਲਾ ਦਿੰਦੇ ਸਨ ਜਿੱਥੇ ਲੋੜ ਹੁੰਦੀ ਸੀ। ਹਾਲੇਲੂਇਆ। ਹਾਂਜੀ, ਯੂਸਫ ਜਿਹਦਾ ਰਸੂਲਾਂ ਨੇ ਬਰਨਬਾਸ ਅਰਥਾਤ ਉਹਦਾ ਨਾਮ ਯੂਸਫ ਤੇ ਉਹਦਾ ਨਾਮ ਬਰਨਬਾਸ ਸੀ। ਹਾਂਜੀ, ਰਸੂਲਾਂ ਨੇ ਬਰਨਬਾਸ ਅਰਥਾਤ ਉਪਦੇਸ਼ ਦਾ ਪੁੱਤਰ ਨਾਮ ਧਰਿਆ। ਹਾਂ, ਬਰਨਬਾਸ ਦਾ ਮਤਲਬ ਉਪਦੇਸ਼ ਦਾ ਪੁੱਤਰ, ਉਹਦਾ ਨਾਮ ਧਰਿਆ। ਹਾਂਜੀ, ਜਿਹੜਾ ਇੱਕ ਲੇਵੀ ਅਤੇ ਜਨਮ ਦਾ ਕਪਰੂਸ ਸੀ। ਇੱਕ ਲੇਵੀ ਸੀ ਜਿਹੜਾ ਪਰਮੇਸ਼ਵਰ ਦੀ ਸੇਵਾ ਕਰਨ ਵਾਲਾ ਸੀ। ਹਾਂਜੀ, ਉਹਦੇ ਕੋਲ ਕੁਝ ਜ਼ਮੀਨ ਸੀ, ਸੋ ਉਹਨੂੰ ਵੇਚ ਕੇ ਮੁੱਲ ਦਾ ਰੁਪਇਆ ਲਿਆਂਦਾ ਅਤੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ। ਹਾਂਜੀ, ਦੇਖੋ, ਉਸਨੇ ਬਰਨਬਾਸ ਨੇ ਆਪਣੀ ਜ਼ਮੀਨ ਜਿੰਨੀ ਵੀ, ਉਹ ਪਰਮੇਸ਼ਵਰ ਨੂੰ ਸਿਰਫ ਨਾਮ ਸੁਣਿਆ ਸੀ, ਉਸਨੇ ਯਿਸੂ ਮਸੀਹ ਨੂੰ ਦੇਖਿਆ ਨਹੀਂ ਸੀ। ਹਾਲੇਲੂਇਆ। ਉਹ ਬਾਅਦ ਵਿੱਚ ਆਇਆ ਸੀ, ਉਸਨੇ ਪੁੱਛ ਪੜਤਾਲ ਕਰਕੇ ਵੀ ਇੱਥੇ ਯਿਸੂ ਸੀ, ਉਹਦੇ ਚੇਲੇ ਸੀ, ਬਸ ਜਾਣਦਾ ਸੀ ਉਹ ਪਰਮੇਸ਼ਵਰ ਬਾਰੇ, ਇੰਨਾ ਖਾਸ ਨਹੀਂ ਜਾਣਦਾ ਸੀ, ਬਸ ਜਾਣਦਾ ਸੀ ਵੀ ਇੱਥੇ ਜਿਹੜੇ ਰਸੂਲ ਰਹਿੰਦੇ ਨੇ, ਪਤਰਸ ਰਹਿੰਦਾ ਜਾਂ ਇੱਥੇ ਹੋਰ ਚੇਲੇ ਰਹਿੰਦੇ ਨੇ, ਮੈਨੂੰ ਉਹਨਾਂ ਨਾਲ ਮਿਲਾਓ ਵੀ ਯਿਸੂ ਮਸੀਹ। ਉਹ ਤੂੰ ਪੌਲਸ ਨੇ ਉਹਦੀ ਜਾਨ ਬਚਾਈ ਸੀ। ਬਰਨਬਾਸ ਉਹਨੂੰ ਡਾਕੂ ਚਿੰਬੜ ਗਏ ਸੀ, ਕੁਝ ਭੇਟਾਂ ਲੈ ਕੇ ਆ ਰਿਹਾ ਸੀ, ਤਾਂ ਪੌਲਸ ਉੱਥੇ ਪਹੁੰਚੇ ਤੇ ਉਦੋਂ ਸਿਪਾਹੀ ਸੀ ਪੌਲਸ, ਉਸਨੇ ਜਾਨ ਬਚਾਈ ਸੀ। ਹਾਲੇਲੂਇਆ। ਜਦੋਂ ਆਪਣੀ ਜ਼ਮੀਨ ਵੇਚ ਕੇ ਉਹਦੇ ਕੋਲ ਲੈ ਕੇ ਗਿਆ, ਚਰਨਾਂ ਦੇ ਵਿੱਚ ਰੱਖਦੀ, ਤੁਸੀਂ ਦੇਖੋ ਵੀ ਅਜੇ ਉਹ ਰਸੂਲ ਨਹੀਂ ਬਣਿਆ ਸੀ। ਹਾਲੇਲੂਇਆ। ਜਦੋਂ ਨੇ ਚਰਨਾਂ ਵਿੱਚ ਰੱਖੀ, ਕੁਝ ਸਮਿਆਂ ਬਾਅਦ ਉਸ ਨੂੰ ਪਰਮੇਸ਼ਰ ਦੇ ਕੰਮਾਂ ਦੇ ਲਈ ਚੁਣਿਆ ਗਿਆ, ਪ੍ਰਚਾਰ ਦੇ ਲਈ ਚੁਣਿਆ ਗਿਆ। ਕਿਉਂ? ਕਿਉਂਕਿ ਉਸਨੇ ਦਾਨ ਸਭ ਤੋਂ ਵੱਡਾ ਦਿੱਤਾ ਸੀ। ਹਾਲੇਲੂਇਆ। ਕਿਉਂਕਿ ਉਸਨੇ ਦਾਨ ਪਰਮੇਸ਼ਰ ਦੇ ਵਿੱਚ ਸਭ ਤੋਂ ਵੱਧ ਭੇਜਿਆ ਸੀ, ਜਿਹਦੇ ਕਰਕੇ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਰਸੂਲ ਦਾ ਨਾਮ ਦਿੱਤਾ ਗਿਆ, ਚੇਲੇ ਦਾ ਨਾਮ ਦਿੱਤਾ ਗਿਆ, ਦਾਸ ਦਾ ਨਾਮ ਦਿੱਤਾ ਗਿਆ। ਉਹ ਤੁਸੀਂ ਦੇਖ ਲਓ ਵੀ ਅਸੀਂ ਕਿੱਦਾਂ ਭੇਜਣਾ ਪਰਮੇਸ਼ਰ ਦੇ ਵਿੱਚ। ਹੱਥ ਘੁੱਟ ਕੇ ਆਪਣੇ ਪਤੀ ਨੂੰ ਕਹਿਣਾ, ਜਾ ਜਾ ਚਰਚ ਵਿੱਚ ਨਾ ਜਾ, ਤੂੰ ਕੰਮ ਤੇ ਜਾ, ਰਹਿਣ ਦੇ, ਮੈਂ ਬਾਕੀ ਬਸ ਤੂੰ ਬਾਕੀ ਕੀ ਗੱਲ। ਹਾਲੇਲੂਇਆ। ਹਾਲੇਲੂਇਆ।
ਮੈਂ ਵਗ ਗਿਆ ਤੂੰ ਵਗ ਗਿਆ। ਤੁਸੀਂ ਦੇਖੋ ਵੀ ਉਹਦੇ ਹਿੱਸੇ ਦੀ ਰੋਟੀ ਤੁਸੀਂ ਖਾ ਲਓਗੇ, ਖਾਏਗੀ ਤਾਂ ਜਦੋਂ ਪੇਟ ਵਿੱਚ ਤਦੇ ਜਾਏਗੀ, ਠੀਕ ਹੈ ਨਾ। ਜਿਹੜਾ ਤੁਸੀਂ ਸੁਣ ਕੇ ਜਾਓਗੇ ਉਹ ਨਹੀਂ, ਜਿਹੜਾ ਉਹਨੇ ਦੱਸਿਆ ਜਾ ਰਿਹਾ ਉਹ ਤੁਸੀਂ ਨਹੀਂ ਦੱਸ ਸਕਦੇ, ਉੱਥੇ ਜਾ ਕੇ ਰਿਪੀਟ ਨਹੀਂ ਕਰ ਸਕਦੇ। ਪਰ ਅੱਜ ਜਿਹੜਾ ਤੁਸੀਂ ਖਾਇਆ ਉਹੀ ਤੁਹਾਡੇ ਹਾਜ਼ਮ ਹੋਣਾ ਚਾਹੀਦਾ। ਤੁਸੀਂ ਦੇਖੋ ਵੀ ਉਹਨਾਂ ਨੇ ਆਪਣੀ ਜ਼ਮੀਨਾਂ ਵੇਚ ਕੇ, ਆਪਣੇ ਘਰ-ਬਾਰ ਵੇਚ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰੱਖ ਦਿੱਤੇ। ਸਾਨੂੰ ਤੁਹਾਡੇ ਘਰਾਂ ਦੀ ਜ਼ਰੂਰਤ ਨਹੀਂ, ਸਾਨੂੰ ਤੁਹਾਡੇ ਜ਼ਮੀਨਾਂ ਦੀ ਜ਼ਰੂਰਤ ਨਹੀਂ। ਮੈਨੂੰ ਤਾਂ ਸਿਰਫ ਤੁਹਾਡੇ ਪਰਮੇਸ਼ਵਰ ਦੇ ਨਾਲ ਲਿੰਕ ਦੀ ਜ਼ਰੂਰਤ ਹੈ ਵੀ ਸਹੀ ਹੋਵੇ। ਔਰ ਪਰਮੇਸ਼ਵਰ ਦੇ ਵਿੱਚ ਤੁਸੀਂ ਉਹਨਾਂ ਕੇ ਦੇਣ ਯੋਗ ਹੋ ਜਾਓ, ਤੁਸੀਂ ਵੱਧ ਬੀਜਣ ਵਾਲੇ ਹੋ ਜਾਓ ਔਰ ਵੱਧ ਦੇਣ ਯੋਗ ਹੋ ਜਾਓ, ਕਰਜ਼ਾ ਲੈਣ ਵਾਲੇ ਨਾ ਹੋਵੋ। ਤੁਸੀਂ ਸਿਰਫ ਇੰਨਾ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤੁਹਾਡੀ ਤਾਰੀਫ ਕਰਨ, ਲੋਕ ਤੁਹਾਡੀ ਤਾਰੀਫ ਕਰਨ ਵੀ ਹਾਂ ਫਲਾਣੇ ਬਣ ਵਾਲੇ ਦੀ ਚਰਚ ਹੈ, ਵੀ ਉੱਥੇ ਦੇ ਜਿਹੜੇ ਲੋਕ ਨੇ ਉਹ ਵੇਚਣ ਵਾਲੇ ਨੇ, ਇੰਨਾ ਦਿੰਦੇ ਨੇ ਕਿ ਉਹਨਾਂ ਨੇ ਇੰਨੇ ਸਾਲ ਵਿੱਚ ਇੰਨੀ ਤਰੱਕੀ ਕਰ ਲਈ, ਵੀ ਇੰਨੇ ਸਾਲ ਵਿੱਚ ਉਹਨਾਂ ਨੇ ਇੰਨੀ ਤਰੱਕੀ ਕਰ ਲਈ। ਇੰਨੀ ਲੋਕਾਂ ਦੇ 9-9 ਸਾਲ ਹੋ ਗਏ, ਛੱਡ ਨਹੀਂ ਪਿਆ, ਆਪਣੇ 2 ਸਾਲਾਂ 'ਚ ਹੀ ਛੱਡ ਪੈ ਗਿਆ। ਹਾਲੇਲੂਇਆ। 15-15 ਸਾਲ ਹੁਣ ਪਾਣ ਲੱਗੇ ਨੇ ਛੱਡ, ਪਰ ਆਪਾਂ ਨੇ ਪਰਮੇਸ਼ਵਰ ਦੀ ਇੰਨੀ ਹਜ਼ੂਰੀ ਕਿਰਪਾ ਆਪਣੇ ਤੇ ਕਿ ਆਪਣਾ ਸਭ ਕੁਝ ਇੱਥੇ ਬਣਿਆ ਹੋਇਆ, ਕਿੰਨੀ ਬਲੇਸਿੰਗ ਹੈ। ਪਰ ਜੇ ਆਪਾਂ ਹੋਰ ਬਲੇਸਿੰਗ ਨੂੰ ਇਕੱਠਾ ਕਰੀਏ ਤਾਂ ਵੱਧ ਪਰਮੇਸ਼ਵਰ ਦੇ ਵਿੱਚ ਅਸੀਂ ਬੀਜ ਸਕਦੇ ਹਾਂ, ਉਹੀ ਸਾਡੇ ਜੀਵਨ ਦੇ ਵਿੱਚ ਵੱਧ ਫੁੱਲੇਗਾ। ਜਿੰਨਾ ਅਸੀਂ ਪਰਮੇਸ਼ਵਰ ਨੂੰ ਬੀਜਦੇ ਹਾਂ ਨਾ, ਉਨੀ ਸਾਡੇ ਵਿੱਚ ਵੱਧ ਆਏਗਾ। ਹਾਲੇਲੂਇਆ। ਜਦੋਂ ਅਬਰਾਹਮ ਉਤਪਤ ਦੀ ਕਿਤਾਬ ਪੜਾਂਗੇ ਆਪਾਂ, ਸ਼ੁਰੂਆਤ ਉਤਪਤ ਸ਼ੁਰੂਆਤ 14 ਉਹਦੀ 19 ਤੋਂ ਲੈ ਕੇ 23 ਤੱਕ। ਉਤਪਤ ਸ਼ੁਰੂਆਤ ਪੁਰਾਣੇ ਨਿਯਮ ਦੇ ਵਿੱਚ। ਹਾਂਜੀ। ਤਾਂ ਉਸਨੇ ਇਹੀ ਆਖ ਕੇ ਉਹਨੂੰ ਆਸ਼ੀਸ਼ ਦਿੱਤੀ ਕਿ ਅਤ ਮਹਾ ਪਰਮੇਸ਼ਵਰ ਆਕਾਸ਼ ਅਤੇ ਧਰਤੀ ਦਾ ਮਾਲਕ ਅਬਰਾਹਮ ਮੁਬਾਰਕ ਹੋਵੇ। ਕੀ ਕਹਿ ਰਿਹਾ? ਜਦੋਂ ਇਬਰਾਹਿਮ ਲੂਤ ਨੂੰ ਛਡਵਾ ਕੇ ਲੈ ਕੇ ਆਇਆ ਸੀ, ਉਹ ਫੜ ਲਿਆ ਗਿਆ ਸੀ, ਉਹ ਡਾਕੂਆਂ ਨੇ ਜਾਂ ਰਾਜਾ ਨੇ ਉਹਨਾਂ ਨੂੰ ਬੰਦੀ ਬਣਾ ਲਿਆ ਸੀ, ਤਾਂ ਜਿਹੜਾ ਇਬਰਾਹਿਮ ਸੀ ਉਹਨਾਂ ਨੂੰ ਛਡਵਾ ਕੇ ਲੈ ਕੇ ਆਇਆ ਸੀ। ਜਿੰਨਾ ਵੀ ਲੁੱਟ ਦਾ ਮਾਲ ਸੀ, ਜਿੰਨਾ ਵੀ ਚੀਜ਼ਾਂ ਸਨ, ਇੱਕ ਸੁਲੇਮ ਦਾ ਰਾਜਾ ਸੀ ਜਾਚਕ, ਉਹ ਇਬਰਾਹਿਮ ਦੇ ਕੋਲ ਆਇਆ ਤੇ ਉਸਨੇ ਆਸ਼ੀਸ਼ ਦਿੱਤੀ, ਤੂੰ ਪਰਮੇਸ਼ਵਰ ਦਾ ਮਹਾਨ ਜਨ ਹੈ, ਤੂੰ ਪਰਮੇਸ਼ਵਰ ਦਾ ਇੱਕ ਜਨ ਹੈ, ਮੈਂ ਤੈਨੂੰ ਭੇਟਾਂ ਅਰਪਣ ਕਰਾਂਗਾ। ਉਹ ਪਰਮੇਸ਼ਵਰ ਦੇ ਵਿੱਚ ਹੋ ਕੇ ਉਹ ਇਬਰਾਹਿਮ ਨੂੰ ਕਹਿ ਰਿਹਾ। ਦੁਬਾਰਾ ਪੜਾਂਗੇ ਆਪਾਂ। ਤਾਂ ਉਸਨੇ ਇਹੀ ਆਖ ਕੇ ਉਹਨੂੰ ਆਸ਼ੀਸ਼ ਦਿੱਤੀ, ਤੇ ਉਸ ਰਾਜੇ ਨੇ ਉਸ ਨੂੰ ਇਹ ਆਖ ਕੇ ਆਸ਼ੀਸ਼ ਦਿੱਤੀ ਕਿ ਅਤ ਮਹਾ ਪਰਮੇਸ਼ਵਰ, ਤੂੰ ਅਤ ਮਹਾਨ ਪਰਮੇਸ਼ਵਰ, ਆਕਾਸ਼ ਅਤੇ ਧਰਤੀ ਦੇ ਮਾਲਕ ਦਾ, ਆਕਾਸ਼ ਅਤੇ ਧਰਤੀ ਦੇ ਮਾਲਕ ਦਾ ਅਬਰਾਹਮ ਮੁਬਾਰਕ ਹੋਵੇ। ਅਬਰਾਹਮ ਮੁਬਾਰਕ ਹੋਵੇ। ਹਾਲੇਲੂਇਆ। ਹਾਂਜੀ। ਅਤੇ ਮੁਬਾਰਕ ਹੈ ਅਤ ਮਹਾ ਪਰਮੇਸ਼ਵਰ ਜਿਸਨੇ ਤੇਰੇ ਵੈਰੀਆਂ ਨੂੰ ਤੇਰੇ ਵਸ ਵਿੱਚ ਕਰ ਦਿੱਤਾ ਹੈ। ਕਹਿੰਦਾ ਤੇਰਾ ਪਰਮੇਸ਼ਵਰ ਮਹਾਨ ਹੈ, ਜਿਹੜੇ ਤੇਰੇ ਬੈਰੀ ਸਨ ਤੇਰੇ ਪੈਰਾਂ ਦੇ ਥੱਲੇ ਕਰ ਦਿੱਤਾ ਉਹਨਾਂ ਨੂੰ, ਜਿੰਨੇ ਵੀ। ਕਿਉਂਕਿ ਜਿਹੜਾ ਇਬਰਾਹਿਮ ਸੀ ਉਹ ਪਰਮੇਸ਼ਵਰ ਦਾ ਮਿੱਤਰ ਬਣ ਚੁੱਕਿਆ ਸੀ, ਦੋਸਤ ਬਣ ਚੁੱਕਿਆ ਸੀ, ਇੰਨਾ ਕਲੋਜ਼ ਜਾ ਚੁੱਕਿਆ ਸੀ, ਪਰਮੇਸ਼ਵਰ ਉਹਦੇ ਨਾਲ ਗੱਲਾਂ ਕਰਿਆ ਕਰਦਾ ਸੀ, ਪਰਮੇਸ਼ਵਰ ਨੇ ਹਰ ਇੱਕ ਚੀਜ਼ ਉਹਨੂੰ ਦੇ ਰੱਖੀ ਸੀ। ਹਾਂਜੀ। ਤਾਂ ਉਸਨੇ ਉਹਨੂੰ ਸਭ ਕਾਸੇ ਦਾ ਦਸਵੰਧ ਦਿੱਤਾ। ਫਿਰ ਉਸਨੇ ਸਾਰੇ ਕਾਸੇ ਦਾ ਦਸਵੰਧ ਦਿੱਤਾ ਉਹਨੂੰ। ਅਤੇ ਸੰਦੂਕ ਦੇ ਰਾਜਾ ਨੇ ਅਬਰਾਹਮ ਨੂੰ ਆਖਿਆ, ਇਹਨਾਂ ਜੀਬਾਂ ਨੂੰ ਮੈਨੂੰ ਦੇ, ਪਰ ਮਾਲ ਧਨ ਆਪ ਰੱਖ ਲੈ। ਪਰੰਤੂ ਅਬਰਾਹਮ ਨੇ ਸੰਦੂਕ ਦੇ ਰਾਜਾ ਨੂੰ ਆਖਿਆ, ਪਰ ਉੱਥੇ ਕਹਿ ਰਿਹਾ, ਉਹ ਰਾਜਾ ਕਹਿ ਰਿਹਾ ਮੈਨੂੰ ਇੰਨੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ, ਮੈਂ ਪਹਿਲੇ ਹੀ ਰੱਬ ਵੱਡਾ, ਮੇਰੇ ਕੋਲ ਹੈਗੇ ਨੇ ਸਭ ਕੁਝ। ਉਹ ਕਹਿੰਦਾ ਨਹੀਂ। ਇਬਰਾਹਿਮ ਕਹਿੰਦਾ ਜੇ ਤੂੰ ਵੱਡਾ ਕੋਈ ਗੱਲ ਨਹੀਂ, ਪਰ ਮੈਂ ਤੈਨੂੰ ਸੂਈ ਤੋਂ ਲੈ ਕੇ ਧਾਗੇ ਤੱਕ ਕੱਲੀ ਕੱਲੀ ਚੀਜ਼ ਦਾ ਮੈਂ ਤੈਨੂੰ ਦਸਵੰਧ ਦੇਣਾ। ਹਾਲੇਲੂਇਆ। ਹਾਂਜੀ ਪੜਾਂਗੇ। ਪਰੰਤੂ ਅਬਰਾਹਮ ਨੇ ਸਦੂਮ ਦੇ ਰਾਜਾ ਨੂੰ ਆਖਿਆ, ਮੈਂ ਯਹੋਵਾ ਅਤ ਮਹਾ ਪਰਮੇਸ਼ਵਰ ਆਕਾਸ਼ ਅਤੇ ਧਰਤੀ ਦੇ ਮਾਲਕ ਦੇ ਅੱਗੇ ਪ੍ਰਣ ਕੀਤਾ ਹੈ ਕਿ ਮੈਂ ਧਾਗੇ ਤੋਂ ਲੈ ਕੇ ਜੁੱਤੀ ਦੇ ਸਲੂਨ ਤੱਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ। ਅਜਿਹਾ ਨਾ ਹੋਵੇ
ਕਿ ਤੂੰ ਆਖੇ ਕਿ ਮੈਂ ਹੀ ਅਬਰਾਹਮ ਨੂੰ ਧਨੀ ਬਣਾ ਦਿੱਤਾ ਹੈ। ਹਾਂ ਕਹਿੰਦਾ ਤੂੰ ਐ ਨਾ ਆਖੇ ਵੀ ਮੈਂ ਹੀ ਦਿੱਤਾ ਤੇ ਮੈਂ ਲਿਆ ਨਹੀਂ ਹੈਗਾ, ਵੀ ਮੈਂ ਸਾਰਾ ਕੁਝ ਤੈਨੂੰ ਦਾ ਦਿੱਤਾ, ਵੀ ਮੈਂ ਥੋੜਾ ਜਿਹਾ ਮਾਲ ਤੇ ਤੋਂ ਲਿਆ ਵੀ ਮੈਂ ਤੈਨੂੰ ਧਨੀ ਬਣਾਤਾ। ਨੋ, ਕਹਿੰਦਾ ਧਨੀ ਤਾਂ ਮੈਨੂੰ ਪਰਮੇਸ਼ਰ ਬਣਾਉਣ ਵਾਲਾ, ਪਰ ਮੈਂ ਸਾਰਾ ਮਾਲ ਦੇ ਵਿੱਚੋਂ ਹਿੱਸਾ ਤੈਨੂੰ ਦੇਣਾਗਾ। ਤੂੰ ਨਾ ਕੱਲ ਨੂੰ ਐ ਆਖਦੇ ਵੀ ਸਾਰੇ ਕੁਝ ਮੈਂ ਹੀ ਦਿੱਤਾ ਤੂੰ ਧਨੀ ਬਣ ਗਿਆ, ਕਹਿੰਦਾ ਤੂੰ ਧਨਵਾਨ ਹੋ ਗਿਆ। ਕਹਿੰਦਾ ਨਹੀਂ, ਜਿੰਨਾ ਮੈਂ ਲੈ ਕੇ ਆਣਾ ਉਹਦੇ 10ਵਾਂ ਹਿੱਸਾ ਤੈਨੂੰ ਦੇਣਾ ਹੀ ਦੇਣਾ। ਹਾਲੇਲੂਇਆ। ਹਾਂਜੀ, ਕੇਵਲ ਉਹ ਤੂੰ ਛੱਡ ਦੇ ਜੋ ਗੱਭਰੂਆਂ ਨੇ ਖਾ ਲਿਆ ਹੈ। ਕਹਿੰਦਾ ਵੈਸੇ ਉਹ ਛੱਡ ਦੇ ਜਿਹੜਾ ਗੱਭਰੂਆਂ ਨੇ, ਜਵਾਕਾਂ ਨੇ, ਮੁੰਡਿਆਂ ਨੇ ਜਿਹੜਾ ਖਾ ਲਿਆ, ਮੇਰੀ ਪ੍ਰਜਾ ਨੇ ਖਾ ਲਿਆ, ਕਹਿੰਦਾ ਉਹ ਤੂੰ ਛੱਡ ਦੇ। ਹਾਂਜੀ, ਅਤੇ ਉਹਨਾਂ ਮਨੁੱਖਾਂ ਦਾ ਹਿੱਸਾ ਜਿਹੜੇ ਮੇਰੇ ਨਾਲ ਗਏ, ਅਰਥਾਤ ਆਨੇਰ ਅਤੇ ਅਸ਼ਕੋਲ ਅਤੇ ਮਮਰੇ, ਉਹ ਆਪਣਾ ਹਿੱਸਾ ਲੈ ਲੈਣ। ਉਹਨਾਂ ਨੇ ਸਾਰਾ ਕੁਝ ਦਿੱਤਾ, ਸੂਈ ਤੋਂ ਲੈ ਕੇ ਧਾਗੇ ਤੱਕ ਸਾਰਾ ਦਸਵੰਧ ਉਸ ਨੂੰ ਦੇ ਦਿੱਤਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਕਹਿੰਦਾ ਜਦੋਂ ਤੁਸੀਂ ਮੇਰੇ ਭਵਨ ਦੇ ਵਿੱਚ ਆਓ ਤਾਂ ਪਰਮੇਸ਼ਰ ਦੇ ਸਾਰੀ ਸੰਗਤ ਵਾਸਤੇ ਕੁਛ ਨਾ ਕੁਛ ਬਣਿਆ ਕਰੇ, ਕੁਛ ਨਾ ਕੁਛ ਬਣੇ, ਕੁਛ ਨਾ ਕੁਛ ਚੀਜ਼ ਬਣੇ ਜਿਹੜੀ ਉਹ ਖਾ ਕੇ ਆਨੰਦ ਦੇ ਨਾਲ ਜਾਣ। ਸਾਰਿਆਂ ਦਾ ਫਰਜ਼ ਬਣਦਾ ਵੀ ਕੱਲੀ ਕੱਲੀ ਭੇਡ ਆਪਾਂ ਪਰਮੇਸ਼ਰ ਨੂੰ ਸੂਈ ਤੋਂ ਲੈ ਕੇ ਧਾਗੇ ਤੱਕ ਦੇ ਸਕਦੇ ਹਾਂ। ਹਾਲੇਲੂਇਆ, ਹਾਲੇਲੂਇਆ। ਜਿਹੜੇ ਅਸੀਂ ਵਰਤ ਵੀ ਰੱਖਦੇ ਆ ਨਾ, ਵਰਤ ਦਾ ਵੀ ਜਿਹੜਾ 60-70 ਰੁਪਏ ਬਣਦੇ ਨੇ ਜਾਂ 100 ਰੁਪਏ ਬਣਦਾ, ਉਹ ਵੀ ਤੁਸੀਂ ਪਰਮੇਸ਼ਰ ਦੇ ਖਜ਼ਾਨੇ ਦੇ ਵਿੱਚ ਪਾ ਸਕਦੇ ਹੋ। ਹਾਲੇਲੂਇਆ। ਜਿਵੇਂ ਆਪਾਂ ਕਿਸੇ ਨੂੰ, ਜਿਵੇਂ ਆਪਾਂ ਇੱਕ ਦਿਨ ਦੀ ਫਾਸਟ ਰੱਖਦੇ ਆ, ਫਾਸਟ ਦਾ ਆਪਣਾ ਖਰਚਾ ਹੁੰਦਾ ਜਾਂ ਰੋਟੀ ਦਾ ਖਰਚਾ ਹੁੰਦਾ ਜਾਂ ਕੁਝ ਵੀ ਹੈ, ਉਹ ਵੀ ਆਪਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਾ ਸਕਦੇ ਹਾਂ। ਹਾਲੇਲੂਇਆ। ਉਹ ਤੁਹਾਡੀ ਇੱਛਾ ਦੀ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਹਰ ਇੱਕ ਚੀਜ਼ ਨੂੰ ਪਰਮੇਸ਼ਰ ਚਾਹੁੰਦਾਗਾ ਵੀ ਤੁਹਾਡਾ ਹਿੱਸਾ ਪਵੇ, ਹਰ ਇੱਕ ਚੀਜ਼ ਦੇ ਵਿੱਚ ਤੁਹਾਡਾ ਹਿੱਸਾ ਪਵੇ। ਜਦੋਂ ਉਹਨੇ ਅਬਰਾਹਮ ਨੇ ਸਾਰਾ ਦਸਵੰਧ ਆਪਣੀ ਕੱਲੀ ਕੱਲੀ ਚੀਜ਼ ਦਾ ਦਿੱਤਾ, ਕਿ ਸਾਡਾ ਫਰਜ਼ ਨਹੀਂ ਪਰਮੇਸ਼ਰ ਨੂੰ ਕੱਲੀ ਕੱਲੀ ਚੀਜ਼ ਦਾ ਹਿੱਸਾ ਦੇਣਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜੇ ਕੋਈ ਤੁਸੀਂ ਕੱਲੀ ਕੱਲੀ ਚੀਜ਼ ਨਹੀਂ ਦੇ ਸਕਦੇ, ਉਹਦੇ ਪੈਸੇ ਕੱਢ ਕੇ ਪਰਮੇਸ਼ਰ ਦੇ ਭਵਨ ਦੇ ਵਿੱਚ ਦੇ ਸਕਦੇ ਹੋ, ਜਿਹੜਾ ਆਉਣ ਵਾਲਾ ਜਾਣ ਵਾਲੇ ਖਾਣਾ ਬਣ ਸਕੇ, ਭੋਜਨ ਬਣ ਸਕੇ। ਹਾਲੇਲੂਇਆ, ਹਾਲੇਲੂਇਆ। ਮੇਰੇ ਲਈ ਇੰਨੀ ਗੁੰਜਾਇਸ਼ ਨਹੀਂ ਕਿ ਮੈਂ ਆਈ ਸੰਡੇ ਖਾਣਾ ਬਣਾ ਸਕਾਂ ਮੈਂ ਚਰਚ ਦੇ ਵਿੱਚੋਂ। ਹਾਲੇਲੂਇਆ। ਕਿਉਂਕਿ ਖਾਣਾ ਤਾਂ ਡੇਲੀ ਬਣ ਸਕਦਾ ਹੈ, ਸੰਡੇ ਬਣ ਸਕਦਾ, ਪਰ ਸਾਥ ਦੇ ਨਾਲ ਹੋਣੇ ਚਾਹੀਦੇ ਨੇ। ਸਾਥ ਵੀ ਹਾਂ ਯਾਰ ਅੱਜ ਮੈਂ, ਕਿਉਂਕਿ 2000 ਰੁਪਇਆ ਲੱਗਦਾ ਆਪਣੇ ਖਾਣੇ ਦੇ, ਸਿਰਫ 2000 ਰੁਪਇਆ। ਚੌਲ ਤੇ ਕੜੀ ਜਾਂ ਦਾਲ 700 ਦਾ, 700 ਦੀ, ਸ਼ਾਇਦ 800 ਦੀ, 700 ਦੀ, ਪੂਰਾ ਮਤਲਬ 2000 ਰੁਪਇਆ ਲੱਗਦਾ। 1000 ਰੁਪਏ ਦੇ ਚੌਲ ਲੱਗ ਜਾਂਦੇ, 1000 ਰੁਪਏ ਦੇ ਸਾਰਾ ਸਮਾਨ ਸਮੂਨ ਆ ਜਾਂਦਾ ਵਿੱਚ ਦਾਲ। ਮਤਲਬ 2000 ਰੁਪਏ ਆਪਣੀ ਚਰਚ ਦੇ ਵਿੱਚ ਲੰਗਰ ਲੱਗ ਜਾਂਦਾ ਵਧੀਆ। ਬਾਕੀ ਸਿਲੰਡਰ ਮੇਰੇ ਘਰ ਦਾ ਹੁੰਦਾ, ਕੋਈ ਗੱਲ ਨਹੀਂ, ਉਹ ਵੀ ਕਰ ਲਿਆ ਕਰਾਂਗੇ। ਮਤਲਬ ਲੱਕੜਾਂ ਸਾਰਾ ਕੁਝ ਪਿਆ, ਬਸ ਸਿਰਫ ਪੈਸੇ ਦੀ ਕਮੀ ਹੈ। ਜੇ ਮੇਰੇ ਕੋਲ ਆ ਗਿਆ ਫਿਰ ਆਪਾਂ ਕਹਿੰਦੇ ਵੀ ਨਹੀਂ ਹੈਗੇ। ਹਾਲੇਲੂਇਆ, ਹਾਲੇਲੂਇਆ। ਵਾਅਦੇ ਤਾਂ ਬਹੁਤ ਕਰੇ ਹੋਏ ਨੇ ਪਰ ਪੂਰੇ ਨਹੀਂ ਕਰ ਰਹੇ। ਹਾਲੇਲੂਇਆ। ਇੱਕ ਬੰਦਾ ਫਸ ਗਿਆ ਸੀ, ਉਹਨੂੰ ਬੰਦੇ ਨੇ ਇੰਨਾ ਬਾਹਰ ਭੇਜਿਆ, ਉਹਨੇ ਵੀ ਵਾਅਦਾ ਕੀਤਾ ਪਰ ਉਹਨੇ ਵੀ ਨਹੀਂ ਪੂਰਾ ਕੀਤਾ। ਹਾਲੇਲੂਇਆ। ਬਹੁਤ ਭੇਜੇ, ਇੱਕ ਭੈਣ ਵਾਅਦਾ ਕਰਕੇ ਵੀ ਉਹ ਵੀ ਪੂਰਾ ਨਹੀਂ ਹੋਇਆ। ਮਤਲਬ ਕੀ ਫਾਇਦਾ ਹੈ? ਪਰਮੇਸ਼ਰ ਦੇ ਨਾਲ ਤਾਂ ਸ਼ਿਫਾ ਲੈ ਜਾਂਦੇ ਨੇ, ਚੰਗਾਈ ਲੈ ਜਾਂਦੇ ਨੇ, ਫਿਰ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ। ਉਹ ਭੁੱਲ ਆਣਾ ਨਹੀਂ। ਜੇ ਆਣਾ ਨਾ, ਇੱਕ ਚਰਚ ਫੜ ਕੇ ਰੱਖੋ ਆਤਮਿਕ, ਜਿੱਥੇ ਤੁਹਾਨੂੰ ਦਿਨ ਰਾਤ ਤੁਹਾਡੀ ਕੇਅਰ ਕੀਤੀ ਜਾਵੇ। ਐਵੇਂ ਨਹੀਂ ਵੀ ਕਦੇ ਅੱਜ ਇੱਥੇ ਆ ਗਏ, ਕੱਲ ਉੱਥੇ ਵਾਗੇ, ਪਰਸੋਂ ਉੱਥੇ ਵਾਗੇ। ਫਿਰ ਬਹੁਤੇ ਬਾਪ ਨਾ ਬਣਾਓ, ਫਿਰ ਕਿਸੇ ਨੇ ਵੀ ਨਹੀਂ ਸਿਆਣਨਾ ਤੁਹਾਨੂੰ। ਹਾਲੇਲੂਇਆ, ਹਾਲੇਲੂਇਆ। ਇੱਕ ਬਾਪ ਬਣਾਓਗੇ, ਇੱਕ ਬਾਪ ਦੇ ਨਾਲ ਤੁਹਾਨੂੰ ਸਿਆਣਿਆ ਜਾਏਗਾ ਔਰ ਪਹਿਚਾਨ ਦਿੱਤੀ ਜਾਏਗੀ, ਤੁਹਾਡੀ ਕੇਅਰ ਕੀਤੀ ਜਾਏਗੀ। ਜਦੋਂ ਵੀ ਬੁਲਾਓ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਅਸੀਂ। ਹਾਲੇਲੂਇਆ, ਹਾਲੇਲੂਇਆ। ਡਿੱਗਣ ਨਹੀਂ ਦਿੰਦੇ, ਤੁਹਾਨੂੰ ਚੁੱਕ ਲਾਂਗੇ। ਹਾਲੇਲੂਇਆ। ਡਿੱਗਣ ਨਹੀਂ ਦਿੰਦੇ, ਚੁੱਕ ਲਾਂਗੇ। ਜਿਸ ਤਰ੍ਹਾਂ ਪਤਰਸ ਯਿਸੂ ਮਸੀਹ ਨੂੰ ਕਹਿੰਦਾ ਪ੍ਰਭੂ ਮੈਂ ਤੁਰਨਾ ਚਾਹੁੰਦਾ ਪਾਣੀ ਦੇ ਉੱਤੇ। ਕਹਿੰਦਾ ਅੱਛਾ, ਕਹਿੰਦਾ ਆ ਜਾ ਫਿਰ। ਕਹਿੰਦਾ ਮੈਨੂੰ ਡਰ ਲੱਗਦਾ। ਕਹਿੰਦਾ ਡਰ ਨਾ, ਤੂੰ ਆ ਜਾ, ਬਸ ਮੇਰੇ ਵੱਲ ਵੇਖੀ ਜਾ ਸਿੱਧਾ, ਤੂੰ ਆ ਜਾ।
किश्ती दे विचों उतरिया सीधा परमेश्वर यीशु वल वेखी गया तुरी गया पानी दे उत्ते तुर रहा। बड़ा हौसला हो गया भी मैं पानी दे उत्ते तुर रहा, भी इन्ना परमेश्वर दे बराबर हो गया, मैं तुर रहा पानी दे उत्ते तुर रहा। अचानक ओदी नजर हट जाती है परमेश्वर तो, मुंह घुमा के देखता एक समुद्र की छल आ रही होती है। भ्रम पै गया उन्होंने भी मैं डूबांगा, डर गया हो। परमेश्वर की ध्यान हटा लिया, छल की नहीं ध्यान कर लिया, वो डूबन लगा। कहना प्रभु मैनू बचा, मैनू बचा। यीशु मसीह ने कहा हे घट प्रतीत वाले, घट विश्वासी, तैं क्यों अपने अंदर विश्वास कम कीता। सानू जे मुसीबत आती है, जे वो समुद्र की छल आ रही है, वो सानू डुबो नहीं सकती है कि जदों यीशु साडे नाल है। जे बीमारी आ रही है तो वो सानू डुबो नहीं सकती। वो थोड़ा जिहा भ्रम है साडे जीवन दे विच, थोड़ा जिहा जाल है जी शैतान दा साडे जीवन दे विच, वो चला जाएगा। पर परमेश्वर जेड़ा साडा हाथ फड़ के खड़िया, उन्हें ये पतरस नूं खिंचिया, चल पेल लै गया किश्ती दे विच। अगर तुहाडे जीवन दे विच बीमारी है पर कुछ टाइम दी है, कुछ टाइम दी, वो साडा भ्रम है, थोड़ा जिहा भ्रम शैतान ने पाया होया। जदों तुसीं परमेश्वर दा नाम जपिया, धन्नवाद कहा, वो ऑटोमैटिक सारी बंधन श्राप तुहाडी जिंदगी विचों खत्म हो जाए। हालेलुया। विश्वास करो कि यीशु साडा है। मैं देखांगी सीधा, मैं इधर उधर नहीं मुड़ांगी, मैं बापियां कोल तंत्रा कोल जा किसे कोल जाके नहीं, मैं नहीं जावांगी। कोई जांदा जाए, कोई जो करता करी जाए, पर विश्वास थोड़ा यीशु के सामने होना चाहिए। शैतान भूतां आप ही भज जाएंगे। हालेलुया। दर्द भी आप ही गायब हो जाएंगे। हालेलुया। पर सारियां चीजां गायब हो जाएंगियां। हालेलुया। फिर कोई भी तुहानू ऐ नहीं कह सकता कि तुसी परमेश्वर ते विश्वास नहीं पाया जां तुसी परमेश्वर ते विश्वास नहीं रखिया। बहुत आणगी तुहानू गुमराह करन दे लई, पास्टर बहुत उठणगे, पास्टरनियां बहुत उठणगियां गुमराह करन दे लई, पर तुसी बचन नू सही उन्हां दे नाल बचनां दे नाल गल करनी है। हालेलुया। जदों बचनां दे नाल गल करोगे, शैतान आप ही घरों विच चला जाएगा। हालेलुया। हालेलुया। जदों बचनां दे नाल गल करोगे ना, फिर वो कहेंगे भी इन्हां नूं नॉलेज है, फिर पूछणगे कित्थे जाने हो। हालेलुया। फिर दसना असीं वो फलानी चर्च विच जांदे हां। हालेलुया। जदों बचन तुहाडे जिंदगी विच होण ना, नॉलेज होवे, फिर सीख लेना भी हाँ परमेश्वर का वचन सानू ये कहना। आमीन। आमीन। हालेलुया। थैंक यू जीसस। परमेश्वर खुदावंद प्रभु जी, तेरा वचन पढ़िया साडी जिंदगी विच 20 नहीं 30 100 गुना फल लेके आवे। परमेश्वर अज दा जिन्ना भी कलाम तेरी हजूरी दे विच होए मेरे पिता परमेश्वर, ओ इन्हां दे लई कल्ले कल्ले जने दे लई लाहेवंद होवे। जिन्ने भी वचन बोले गए मेरे सामर्थी परमेश्वर, और सब नूं मेरे सामर्थी परमेश्वर खुदावंद प्रभु जी 100 दा 100 गुना फल दे जीवन विच एंटर होवे। सचमुच मेरे पिता परमेश्वर तू इन्हां दे जीवन नूं बदलण वाला, इन्हां दे मनां नूं बदलण वाला परमेश्वर है खुदावंद प्रभु। आज तेरे नाम दे विच इन्हां नूं ब्लेसिंग मिले। टच नेम ऑफ द जीसस। आमीन। आमीन। हालेलुया। आज ले हैंड होएगी सारिਆਂ ਦੇ